पाकिस्तान गया किसी मीटिंग लई, मैं उन्होंने लाहौर च मिलिया, उत्थे गल हुई, मैं क्या रूसा जी का बैकग्राउंड की है, वो हसन लग पिया, कहता ਤੁਹਾਨੂੰ नहीं पता बैकग्राउंड, मैं क्या नहीं, कहता ਅਸੀਂ जब प्राइम मिनिस्टर के दफ्तर सी ਅਸੀਂ ਇਹਨੂੰ ਟੇਪ ਕਰਦੇ ਸੀ ਜਿੱਥੇ ਜਿੱਥੇ ਜਾਂਦੀ ਸੀ, मैं तो ਇਹਦੀਆਂ ਰਿਕਾਰਡਿੰਗ ਸੁਣੀਆਂ। ਹੁਣ ਦੱਸੋ ਇੱਕ ਐਸੀ ਜਨਾਨੀ ਜਿਹਨੂੰ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਉਹਦੀਆਂ ਰਿਕਾਰਡਿੰਗਸ ਟੇਪ ਰਿਹਾ ਸੀ ਕਿ ਕਿਹਦੇ ਨਾਲ ਮੀਟਿੰਗ ਕਰ ਰਹੀ ਹੈ, ਕਿਹਨੂੰ ਮਿਲ ਰਹੀ ਹੈ, ਉਹ ਹਾਈਲੀ ਪੋਲੀਟੀਕਲ ਹੈ, ਤੇ ਉਹਦਾ ISI ਨਾਲ ਕਿਵੇਂ ਸੰਬੰਧ ਨਹੀਂ ਹੋਊਗਾ, ਤੁਸੀਂ ਮੈਨੂੰ ਸਮਝਾਓ। ਮੈਨੂੰ 3 ਸਾਲ ਪਹਿਲਾਂ ਫੋਨ ਆਇਆ, ਉਹਨਾਂ ਦਾ ਕੋਈ ਮਿੱਤਰ ਜੱਜ ਲਾਹੌਰ ਹਾਈ ਕੋਰਟ ਦਾ, ਉਹਨੂੰ ਵੀਜ਼ਾ ਚਾਹੀਦਾ ਸੀ। ਮੈਂ ਹਾਈ ਕਮਿਸ਼ਨਰ ਨੂੰ, ਸਾਡੇ ਹਾਈ ਕਮਿਸ਼ਨਰ ਨੂੰ ਫੋਨ ਕੀਤਾ, ਮੈਂ ਕਿਹਾ ਦੇਖੋ ਜੱਜ ਨੇ ਹਾਈ ਕੋਰਟ ਦੇ, ਇੱਕ ਰਿਟਾਇਰਡ ਜੱਜ ਰਿਕਮੈਂਡ ਕਰ ਰਹੇ ਆ, ਮੈਂ ਇਸੇ ਕਰਕੇ ਰਿਕਮੈਂਡ ਕਰ ਰਿਹਾ। ਉਹ ਮੈਨੂੰ ਕਹਿੰਦਾ ਜੀ ਸਾਡੇ ਕੋਲ ਜਿਹੜੇ ਇਖਤਿਆਰ ਹੁੰਦੇ ਸੀ, ਹਾਈ ਕਮਿਸ਼ਨਰ ਕੋਲ ਹਮੇਸ਼ਾ ਇਖਤਿਆਰ ਹੁੰਦਾ ਸੀ ਕਿ ਉਹ ਬਿਨਾਂ ਪੁੱਛੇ ਜਿਹਨੂੰ ਮਰਜ਼ੀ ਵੀਜ਼ਾ ਦੇ ਦੇ। ਉਹ ਕਹਿੰਦਾ ਸਾਡੇ ਇਖਤਿਆਰ ਅਮਿਤ ਸ਼ਾਹ ਜੀ ਨੇ ਵਾਪਸ ਲੈ ਲਏ ਨੇ, ਇਹ ਇਖਤਿਆਰ ਸਿਰਫ ਅਮਿਤ ਸ਼ਾਹ ਜੀ ਦੇ ਦਫ਼ਤਰ ਵਿੱਚ ਨੇ। ਫਿਰ ਇੱਕ ਜਨਾਨੀ ਦਾ ਵੀਜ਼ਾ ਬਾਰ-ਬਾਰ ਦੁਹਰਾਇਆ ਜਾਏ ਔਰ ਇਖਤਿਆਰ ਹੋਣ ਅਮਿਤ ਸ਼ਾਹ ਦੇ ਦਫ਼ਤਰ ਕੋਲ, ਤੁਸੀਂ ਕੀ ਅੰਦਾਜ਼ਾ ਲਗਾਓਗੇ? 5 ਸਾਲ ਪਹਿਲਾਂ ਤਾਂ ਪ੍ਰਸ਼ਾਂਤ ਕਿਸ਼ੋਰ ਬੜਾ ਚੰਗਾ ਸੀ, ਉਹਨੇ ਇਲੈਕਸ਼ਨ ਜਿਤਾਈ, 80 ਸੀਟਾਂ ਦਵਾਤੀਆਂ, ਹੁਣ ਉਹੀ ਪ੍ਰਸ਼ਾਂਤ ਕਿਸ਼ੋਰ ਮਾੜਾ ਹੋ ਗਿਆ। ਕੀ ਕੈਪਟਨ ਸਾਹਿਬ ਨੂੰ ਸੈਲਫ ਐਨਾਲਿਸਿਸ ਨਹੀਂ ਕਰਨਾ ਚਾਹੀਦਾ, ਸਵੈ ਮੁਲਾਂਕਣ ਨਹੀਂ ਕਰਨਾ ਚਾਹੀਦਾ? ਉਹਨਾਂ ਨੂੰ ਪਹਿਲਾਂ ਲੋਕਾਂ ਨੂੰ ਇਹ ਦੱਸਣਾ ਨਹੀਂ ਚਾਹੀਦਾ ਕਿ ਆਖਰ ਉਹ ਕਿਹੜੇ ਹਾਲਾਤ ਸੀ ਜਿਨ੍ਹਾਂ ਕਾਰਨ ਉਹ ਪ੍ਰੋਮਿਸਿਸ ਕਰਕੇ ਮੁੱਕਰ ਗਏ? ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਦ ਇਤਿਹਾਸ ਵਾਪਸ ਨਿਗਾਹ ਮਾਰੇਗਾ ਕੈਪਟਨ ਸਿੰਘ ਤੇ, ਆ ਹੁਣ ਦੀਆਂ ਗੱਲਾਂ ਯਾਦ ਰੱਖਣਗੇ, ਜਿਹੜੇ ਇਹਨਾਂ ਦੀਆਂ ਕੁਰਬਾਨੀਆਂ ਨੇ, ਜਿਹੜੇ ਛੱਡ ਕੇ ਆਏ, ਉਹਦੇ ਤੇ ਛਿੱਟੇ ਪੈ ਜਾਣਗੇ। ਉਹ ਕਹਿਣਗੇ ਇਹਨਾਂ ਦੀ ਇਨਿੰਗ ਖਤਮ ਕਿੱਥੇ ਹੋਈ ਹੈ। ਰਾਜਾ ਵੜਿੰਗ ਜਿਹੜਾ ਹੁਣੇ ਮਿਨਿਸਟਰ ਬਣਿਆ, ਉਹਨੂੰ ਇੰਨੇ 2 ਸਿਆਣੇ ਸਵਾਲ ਇੱਕ ਕਿਸਾਨ ਪੁੱਛਦਾ ਹੈ, ਉਹਨੂੰ ਕਹਿੰਦਾ ਤੁਹਾਡੀ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਦੀ ਸਰਕਾਰ ਸੀ UPA ਦੀ, ਤੁਸੀਂ WTO ਕਿਉਂ ਜੁਆਇਨ ਕੀਤਾ, ਕਿਉਂ ਵੜੇ ਤੁਸੀਂ WTO 'ਚ? ਔਰ ਦੂਜਾ ਨੰਬਰ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕਿਉਂ ਨਹੀਂ ਤੁਸੀਂ ਲਾਗੂ ਕੀਤੀ? ਜਵਾਬ ਕੀ ਦਿੰਦੇ ਨੇ ਵੜਿੰਗ ਸਾਹਿਬ? ਮੈਂ ਆਪਣੇ ਖੇਤੀਬਾੜੀ ਮੰਤਰੀ ਨਾਲ ਗੱਲ ਕਰਾਂਗਾ, ਅਫਸਰ ਨਾਲ ਗੱਲ ਕਰਾਂਗਾ, ਫਿਰ ਪਤਾ ਕਰਾਂਗਾ ਜਿਹੜਾ ਤੁਸੀਂ ਕਹਿ ਰਹੇ ਹੋ ਠੀਕ ਹੈ ਕਿ ਨਹੀਂ। ਹੁਣ ਇੱਕ ਮੰਤਰੀ ਜਿਹੜਾ ਤੁਸੀਂ ਲਿਆ ਹੋਇਆ, ਉਹਨੂੰ ਇਹ ਹੀ ਨਹੀਂ ਪਤਾ ਕਿ ਸਵਾਮੀਨਾਥਨ ਰਿਪੋਰਟ ਹੈ। ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸਰਦਾਰ KC ਸਿੰਘ। ਸਰਦਾਰ ਸਾਹਿਬ ਭਾਰਤ ਵੱਲੋਂ ਵੱਖ-ਵੱਖ ਦੇਸ਼ਾਂ 'ਚ ਐਂਬੈਸਡਰ ਰਹੇ ਨੇ। ਅੱਜ ਕੱਲ੍ਹ ਪੰਜਾਬ ਦੀ ਸਿਆਸੀ ਸਰਜ਼ਮੀਨ ਇੱਕ ਚੰਗੇ ਪੋਜ਼ਿਟਿਵ ਨਜ਼ਰੀਏ ਨਾਲ ਵੱਧ ਰਹੇ ਅੱਗੇ। ਸਰਦਾਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਪੰਜਾਬ ਦੀ ਸਿਆਸਤ ਵਿੱਚ ਜਿਹੜੇ ਸ਼ਖਸੀ ਸਫ਼ਰ ਨੇ ਉਹਨਾਂ ਤੇ ਨਜ਼ਰ ਮਾਰਨੀ ਹੋਵੇ ਤਾਂ ਕਈ ਵਾਰੀ ਇੱਕੋ ਵੇਲੇ ਸਿਖਰ ਤੇ ਨਿਵਾਣ ਸਿਰਜੇ ਜਾਂਦੇ ਆ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਸਭ ਤੋਂ ਉੱਪਰਲੀ ਕੁਰਸੀ ਤੇ ਸੀ, ਤੇ ਅੱਜ ਉਹ ਜਿਸ ਤਰੀਕੇ ਦੀਆਂ ਸਰਗਰਮੀਆਂ ਕਰ ਰਹੇ ਆ, ਉਹਦੇ ਤੋਂ ਸਭ ਤੋਂ ਜ਼ਿਆਦਾ ਲੋਕ ਮਨਾਂ 'ਚ ਉਹਨਾਂ ਦੀ ਕਿਰਕਰੀ ਹੋਈ ਆ। ਮੈਂ ਸਮਝਣ ਦਾ ਯਤਨ ਕਰੂੰਗਾ ਕਿਉਂਕਿ ਤੁਸੀਂ ਉਹਨਾਂ ਦੇ ਸਮਕਾਲੀ ਹੋ, ਉਹਨਾਂ ਦੇ ਦੌਰ ਦੇਖਿਆ ਤੁਸੀਂ, ਚੰਗੇ ਮਾੜੇ। ਕਿਸੇ ਵਿਅਕਤੀ ਦਾ ਆਪਣਾ ਨਿੱਜ ਕੀ ਹੁੰਦਾ ਹੈ, ਉਹਦਾ ਸੰਤੁਲਨ ਹਸਤੀ ਦਾ ਕਿਹੋ ਜਿਹਾ ਹੁੰਦਾ ਹੈ। ਖੁਸ਼ੀ ਵੇਲੇ ਬਹੁਤ ਜ਼ਿਆਦਾ ਉਤਸ਼ਾਹਤ ਹੋਣਾ ਔਰ ਦੁੱਖ ਵੇਲੇ ਇਸ ਤਰੀਕੇ ਨਾਲ ਕੱਪੜਿਆਂ ਤੋਂ ਬਾਹਰ ਹੋ ਜਾਣਾ, ਇਹ ਪਰਖਣ ਦਾ ਵੇਲਾ ਹੁੰਦਾ ਜਦੋਂ ਅੰਕਿਆ ਜਾ ਸਕਦਾ। ਮੈਨੂੰ ਪਤਾ ਹੈ ਤੁਹਾਡੇ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਨਿੱਜੀ ਤਾਲੁਕਾਤ ਨੇ ਔਰ ਤੁਸੀਂ ਬਹੁਤ ਵਾਰੀ ਇਕੱਠਿਆਂ ਸ਼ਾਮਾਂ ਬਿਤਾਈਆਂ ਨੇ। ਮੇਰੇ ਵੀ ਉਹਨਾਂ ਨਾਲ ਤਾਲੁਕਾਤ ਬੜੇ ਬਿਹਤਰ ਰਹੇ ਆ, ਜਦੋਂ ਵੀ ਕਿਤੇ ਗੱਲ ਹੁੰਦੀ ਰਹੀ ਆ ਮੈਨੂੰ ਚੰਗੇ ਲੱਗਦੇ ਰਹੇ ਆ। ਲੇਕਿਨ ਜਦੋਂ ਮੈਂ ਉਹਨਾਂ ਦੇ ਬਹੁਤ ਸਾਰੇ ਪੁਰਾਣੇ ਕੰਮ ਦੇਖਦਾ ਜਿਨ੍ਹਾਂ ਦੇ ਵਿੱਚ ਪਾਣੀਆਂ ਦਾ ਮਾਮਲਾ ਹੈ, ਜਿਨ੍ਹਾਂ ਦੇ ਵਿੱਚ 84 ਵੇਲੇ ਉਹਨਾਂ ਦਾ ਅਸਤੀਫਾ ਦੇਣਾ ਹੈ, ਔਰ ਬਹੁਤ ਮੌਕਿਆਂ ਤੇ ਕੈਪਟਨ ਅਮਰਿੰਦਰ ਸਿੰਘ ਰਿਸਕ ਲੈਂਦੇ ਰਹੇ ਆ ਪੋਜ਼ਿਟਿਵਿਟੀ ਨਾਲ। ਐਤਕੀ 4.5 ਸਾਲ ਉਹਨਾਂ ਦਾ ਸਮਾਂ ਜਿਹੜਾ ਪੰਜਾਬੀਆਂ ਨਾਲ ਵਿਸ਼ਵਾਸਘਾਤ ਵਾਲਾ ਸੀਗਾ, ਖਲਵਾੜ ਵਾਲਾ ਸੀ। ਇੱਕ ਵੱਡੇ ਬਹੁਮਤ ਨਾਲ ਪੰਜਾਬ ਦੇ ਲੋਕ ਉਮੀਦ ਕਰਦੇ ਸੀ ਕਿ ਇਹ ਵਿਅਕਤੀ ਸਾਡੀਆਂ ਮੁਸ਼ਕਲਾਂ ਹੱਲ ਕਰੂ, ਲੇਕਿਨ ਸਹੁੰਆਂ ਚੱਕ ਕੇ ਤੇ ਬਹੁਤ ਸਾਰੇ ਪ੍ਰੋਮਿਸਿਸ ਨਾਲ ਸੌਂ ਜਾਂਦੇ ਆ ਕੇ। ਲੋਕ ਤਾਜ ਬਖਸ਼ ਦਿੰਦੇ ਆ ਔਰ ਇਹ ਆਪਣੇ ਉਸ ਦੌਰ 'ਚ ਗਵਾਚ ਜਾਂਦੇ ਜਿਹੜੇ ਰਾਜਿਆਂ ਵਾਲਾ ਹੁੰਦਾ। ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਅੱਜ ਕਿ ਮੈਨੂੰ ਇਹ ਜਿਹੜੀਆਂ ਸ਼ਖਸੀ ਘਟਨਾਵਾਂ ਹੁੰਦੀਆਂ ਵਿਅਕਤੀਆਂ ਦਾ, ਐਵੇਂ ਜਿਵੇਂ ਅੱਜ ਕੱਲ੍ਹ ਉਹ ਕਰ ਰਹੇ ਆ ਔਰ ਜਿਸ ਤਰੀਕੇ ਦੀ ਲੜਾਈ ਉਹ ਵਿੱਢੀ ਬੈਠੇ ਆ, ਮੈਂ ਦੂਜਾ ਸਵਾਲ ਤੁਹਾਡੇ ਨਾਲ ਖੜਾ ਕਰਨਾ ਹੈ ਕਿ ਤੁਸੀਂ ਕੱਲ ਬਲਬੀਰ ਸਿੰਘ ਰਾਜੇਵਾਲ ਨੂੰ ਮਿਲੇ। ਮੈਂ ਦੋਸਤਾਂ ਨੂੰ ਦੱਸ ਦਿਆਂ ਕਿ ਸਰਦਾਰ ਸਾਹਿਬ ਇੱਕ ਮੰਚ ਪੰਜਾਬ ਦੇ ਵਿੱਚ ਚਲਾ ਰਹੇ ਨੇ, ਸਾਂਝਾ ਸੁਨਹਿਰਾ ਮੰਚ, ਔਰ ਉਸ ਮੰਚ ਦੇ ਨਜ਼ਰੀਓਂ ਇਹ ਸਰਦਾਰ ਬਲਬੀਰ ਸਿੰਘ ਰਾਜੇਵਾਲ ਨੂੰ ਮਿਲਦੇ ਆ। ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸਾਨ ਜਥੇਬੰਦੀਆਂ ਦੀ ਪੰਜਾਬ ਦੀ ਰਾਜਨੀਤੀ 'ਚ ਦਿਲਚਸਪੀ ਕਿਹੋ ਜਿਹੀ ਆ ਔਰ ਉਹਨਾਂ ਦੀ ਪਲੈਨਿੰਗ ਕੀ ਹੈ। ਦੇਸ਼ ਦੀ ਜਿਹੜੀ ਸਰਕਾਰ ਹੈ ਉਹਦੇ ਨਾਲ ਉਹਨਾਂ ਦੀ ਗੱਲਬਾਤ ਕਿੱਥੋਂ ਤੱਕ ਅੱਗੇ ਵਧ ਰਹੀ ਹੈ।
ਤੇ ਕਿਸਾਨ ਮੋਰਚੇ ਦਾ ਭਵਿੱਖ ਕੀ ਆ, ਪਲੈਨਿੰਗਸ ਕੀ ਨੇ? ਦੇਖੋ, ਕਈ ਵਾਰ ਤਾਂ ਉਹਨਾਂ ਦਾ ਸਖਤ ਵਰਤਾਓ ਉਹਨਾਂ ਦੇ ਪੱਖ 'ਚ ਰਿਹਾ ਹੈ। ਜਾਂ 84 'ਚ ਛੱਡ ਕੇ ਆ ਗਏ ਸੀਗੇ ਬਲੂ ਸਟਾਰ ਦੇ ਉੱਤੇ, ਫਿਰ ਇਹਨਾਂ ਨੇ ਬਲੈਕ ਥੰਡਰ ਦੇ ਉੱਤੇ ਅਸਤੀਫਾ ਦਿੱਤਾ। ਲੇਕਿਨ ਕਈ ਵਾਰ ਉਹ ਨਹੀਂ ਕੰਮ ਕਰਦਾ। ਜਦ ਇਹਨਾਂ ਨੇ ਆਪਣੀ ਪਾਰਟੀ ਬਣਾ ਲਈ ਸੀ ਸ਼੍ਰੋਮਣੀ ਅਕਾਲੀ ਦਲ, ਉਹਨੂੰ ਬੜੀ ਭਾਰੀ ਸ਼ਿਕਸਤ ਮਿਲੀ 1997 'ਚ। ਸ਼੍ਰੋਮਣੀ ਅਕਾਲੀ ਦਲ ਪੰਥਕ ਉਹਦੇ 'ਚ ਇਹ ਖੁਦ ਵੀ ਆਪਣੀ ਸੀਟ ਹਾਰੇ, ਔਰ ਇਹਨਾਂ ਨੂੰ ਮੇਰੇ ਖਿਆਲ 1000 ਵੀ ਵੋਟਾਂ ਮੁਸ਼ਕਿਲ ਨਾਲ ਪਈਆਂ ਉਦੋਂ। ਤਾਂ ਇਹਨਾਂ ਨੂੰ ਇਹ ਫਿਰ ਜ਼ਾਹਿਰ ਹੋ ਗਿਆ ਕਿ ਇਕੱਲਿਆਂ ਨਹੀਂ ਲੜ ਸਕਦੇ। ਸੋ ਉਹ ਵੀ ਕੋਈ ਤੁਸੀਂ ਕਹਿ ਸਕਦੇ ਹੋ ਇਹਨਾਂ ਨੇ ਗਲਤ ਅੰਦਾਜ਼ਾ ਲਗਾਇਆ। ਤਾਂ ਇਹ ਨਹੀਂ ਹੈ ਕਿ ਹਮੇਸ਼ਾ ਹੀ ਇਹ ਠੀਕ ਅੰਦਾਜ਼ਾ ਲਗਾਉਂਦੇ ਰਹੇ ਹੈ। ਦੇਖੋ, ਕ੍ਰਿਕਟ ਤੇ ਸਿਆਸਤ ਦੇ ਵਿੱਚ, ਰਾਜਨੀਤੀ ਦੇ ਵਿੱਚ ਕਦ ਐਂਟਰ ਕਰਨਾ ਉਹ ਵੀ ਜ਼ਰੂਰੀ ਹੁੰਦਾ ਟੀਮ ਦੇ ਵਿੱਚ, ਕਦ ਬਾਹਰ ਜਾਣਾ, ਰਿਟਾਇਰ ਹੋਣਾ ਉਹ ਵੀ ਜ਼ਰੂਰੀ ਹੁੰਦਾ। ਹੁਣ ਤੁਸੀਂ ਦੇਖੋ, ਗਵਾਸਕਰ, ਉਹਨੂੰ ਪਤਾ ਲੱਗ ਗਿਆ ਸੀ ਜਦ ਵਨ ਡੇ ਕ੍ਰਿਕਟ ਆਈ ਕਿ ਉਹਦਾ ਕੰਮ ਨਹੀਂ ਚੱਲਣਾ, ਕਿਉਂਕਿ ਉਹ ਬੇਸਿਕਲੀ ਟੈਸਟ ਮੈਚ ਦਾ ਬੈਟਸਮੈਨ ਸੀ। ਉਹਦਾ ਸਕੋਰਿੰਗ ਰੇਟ ਹੌਲੀ ਹੁੰਦਾ ਸੀ, ਉਹ ਬਾਲ ਦੇਖ ਕੇ ਖੇਲਦਾ ਸੀਗਾ, ਛੱਡ ਵੀ ਦਿੰਦਾ ਸੀ ਬਹੁਤ ਬਾਲਾਂ। ਉਦੋਂ ਪਹਿਲਾਂ ਕਿ ਇਹ ਚਰਚਾ ਸ਼ੁਰੂ ਹੁੰਦੀ ਕਿ ਗਵਾਸਕਰ ਦੀ ਟੀਮ ਦੇ ਵਿੱਚ ਜਗ੍ਹਾ ਨਹੀਂ ਹੈ, ਉਹ ਖੁਦ ਹੀ ਆਪਣੇ ਆਪ ਛੱਡ ਕੇ ਚਲਾ ਗਿਆ। ਉਹਨਾਂ ਨੇ ਇੱਕ ਨਵਾਂ ਕੈਰੀਅਰ ਬਣਾ ਲਿਆ ਜਿਹੜਾ ਹੁਣ ਤਾਂ ਹੀ ਚੱਲ ਰਿਹਾ। ਉਹ ਕਮੈਂਟੇਟਰ ਹੈ। ਤੰਦੂਲਕਰ ਮੈਂ ਜਾਣਦਾ ਸਮਝਦਾ ਉਹਨਾਂ ਨਾਲੋਂ ਵੱਡਾ ਪਲੇਅਰ ਸੀ, ਲੇਕਿਨ ਤੰਦੂਲਕਰ ਦੇ ਜਿਹੜੇ ਪਿਛਲੇ 5-10 ਮੈਚ ਹੈ ਉਹਦੇ ਚਰਚਾ ਸ਼ੁਰੂ ਹੋ ਗਈ ਸੀ ਕਿ ਤੰਦੂਲਕਰ ਕਿਉਂ ਖੇਲ ਰਿਹਾ ਹੁਣ, ਕਿਉਂਕਿ ਉਹ ਇੰਜ ਲੱਗਦਾ ਸੀਗਾ ਕਿ ਉਹ ਕੁਝ 100 ਸੈਂਚੁਰੀਆਂ ਹਲੇ ਉਨੀਆਂ ਨਹੀਂ ਬਣੀਆਂ ਜਿੰਨੀਆਂ ਉਹ ਬਣਾਉਣਾ ਚਾਹੁੰਦਾ ਸੀ। ਮਤਲਬ ਕਿ ਉਹ ਦੇਸ਼ ਲਈ ਨਹੀਂ ਸੀ ਖੇਲ ਰਿਹਾ, ਉਸ ਵੇਲੇ ਤੰਦੂਲਕਰ ਲਈ ਖੇਲ ਰਿਹਾ ਸੀ। ਕੈਪਟਨ ਸਾਹਿਬ ਹੁਣ ਇਸ ਵੇਲੇ ਪੰਜਾਬ ਲਈ ਨਹੀਂ ਖੇਲ ਰਹੇ, ਹੁਣ ਕੈਪਟਨ ਸਿੰਘ ਲਈ ਖੇਲ ਰਹੇ ਨੇ। ਇਹ ਜਿੱਤੇ ਨੇ ਜਦ ਇਹ ਪੰਜਾਬ ਲਈ ਖੇਲੇ ਨੇ ਜਾਂ ਮੁੱਦਿਆਂ ਤੇ ਖੇਲੇ ਨੇ। ਹੁਣ ਇਸ ਵੇਲੇ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਸੀਗਾ ਕਿ ਸੈਂਟਰ ਨੇ ਕਾਂਗਰਸ ਦੀ ਲੀਡਰਸ਼ਿਪ ਨੇ ਸਭ ਤੋਂ ਪਤਾ ਕਰ ਲਿਆ, ਐਮਐਲਏ ਨੇ ਵੀ ਕੰਪਲੇਨ ਕਰਤੀ, ਇਹਨਾਂ ਨਾਲ ਐਮਐਲਏ ਵੀ ਜੁੜੇ ਨਹੀਂ ਹੋਏ। ਜੇ ਤੁਹਾਨੂੰ ਇਹ ਵੀ ਨਹੀਂ ਪਤਾ ਤੁਹਾਡੇ ਐਮਐਲਏ ਵੀ ਟੁੱਟ ਗਏ ਨੇ, ਔਰ ਤੁਸੀਂ ਇਹ ਅੰਦਾਜ਼ਾ ਲਗਾਈ ਜਾ, ਹੁਣ ਅਖੀਰ ਚ ਆ ਕੇ ਇਹ ਕਹਿੰਦੇ ਨੇ ਪ੍ਰਸ਼ਾਂਤ ਕਿਸ਼ੋਰ ਨੇ ਝੂਠ ਬੋਲਿਆ। ਇਹੀ ਉਹਨੂੰ ਪੰਜਾਬ ਚ ਲੈ ਕੇ ਆਏ। 5 ਸਾਲ ਪਹਿਲਾਂ ਤਾਂ ਪ੍ਰਸ਼ਾਂਤ ਕਿਸ਼ੋਰ ਬੜਾ ਚੰਗਾ ਸੀ, ਉਹਨੇ ਇਲੈਕਸ਼ਨ ਜਿਤਾਈ, 80 ਸੀਟਾਂ ਦਵਾਤੀਆਂ। ਹੁਣ ਉਹੀ ਪ੍ਰਸ਼ਾਂਤ ਕਿਸ਼ੋਰ ਮਾੜਾ ਹੋ ਗਿਆ। ਹੋ ਸਕਦਾ ਪ੍ਰਸ਼ਾਂਤ ਕਿਸ਼ੋਰ ਨੇ ਦੇਖੀ ਹੋਵੇ ਬਾਜੀ ਨਹੀਂ ਜਿੱਤ ਸਕਦੇ। ਕਈ ਕਹਿੰਦੇ ਉਹ ਬੜਾ ਹੁਸ਼ਿਆਰ ਹੈ, ਉਹ ਜਿੱਤਣ ਵਾਲੀ ਬਾਜੀ ਨੂੰ ਹੋਰ ਜਿਤਾ ਦਿੰਦਾ ਹੈ, ਹਾਰਨ ਵਾਲੀ ਬਾਜੀ ਚ ਨਹੀਂ ਪੈਂਦਾ। ਤਾਂ ਇਸ ਕਰਕੇ ਉਹਦੇ ਵੀ ਖਿਲਾਫ ਹੋ ਗਏ। ਇਹ ਮੇਰੇ ਖਿਆਲ ਇਸ ਵੇਲੇ ਗੁੱਸੇ ਤੇ ਹਰਖ ਨਾਲ ਰਾਜਨੀਤੀ ਚਲਾ ਰਹੇ ਨੇ, ਜਿਹੜੀ ਅੱਜ ਆਪਾਂ ਦੇਖੀਏ। ਤਾਂ ਹੀ ਮੈਂ ਪਿਛਲੀ ਵਾਰ ਕਿਹਾ ਸੀਗਾ, ਮੈਂ ਕਿਹਾ ਚੰਗਾ ਕੈਪਟਨ ਸਾਹਿਬ ਬੀਜੇਪੀ ਚ ਨਾ ਜਾਣ, ਜੇ ਚਾਹੁੰਦੇ ਹੀ ਨੇ ਤਾਂ ਇਹ ਕਹਿਣ ਮੈਨੂੰ ਗੱਦੀ ਨਾਲ ਕੋਈ ਜੋੜ ਨਹੀਂ ਹੈ, ਮੈਂ ਗੱਦੀ ਕਰਕੇ ਨਹੀਂ ਰਹਿ ਰਿਹਾ, ਮੈਨੂੰ ਬੇਇੱਜ਼ਤ ਕੀਤਾ, ਲੇਕਿਨ ਮੈਂ ਪੰਜਾਬ 'ਚ ਐਸੀ ਸਰਕਾਰ ਬਣਾ ਕੇ ਦਿਖਾਊਂਗਾ ਹੋਰਾਂ ਨੂੰ ਮਦਦ ਕਰਕੇ, ਜਿਹੜੀ ਕਿ ਮੇਰੀ ਸਰਕਾਰ ਤੋਂ ਵੀ ਬਿਹਤਰ ਹੋਵੇ, ਹੋਰ ਸਾਰੀਆਂ ਸਰਕਾਰਾਂ ਤੋਂ ਬਿਹਤਰ ਹੋਵੇ। ਕੱਲ ਅਸੀਂ ਜਨਮ ਦਿਨ ਮੰਚ ਨੇ ਮਨਾਇਆ 120ਵਾਂ ਜਨਮ ਦਿਨ ਪ੍ਰਤਾਪ ਸਿੰਘ ਕੈਰੋਂ ਦਾ। ਉਹਨਾਂ ਦਾ ਆਪਣਾ ਟੱਬਰ ਵੀ ਭੁੱਲ ਗਿਆ ਉਹਨਾਂ ਨੂੰ। ਮੈਂ ਸਮਝਦਾ ਉਹ ਪੰਜਾਬ ਦੇ ਸਾਰਿਆਂ ਤੋਂ ਨੰਬਰ 1 ਚੀਫ ਮਿਨਿਸਟਰ ਰਹੇ ਨੇ। ਕੱਲ ਅਸੀਂ ਉਹਨਾਂ ਨੂੰ ਯਾਦ ਕੀਤਾ। 1962 ਚ ਐਗਰੀਕਲਚਰ ਯੂਨੀਵਰਸਿਟੀ, 1962 ਚ ਪੰਜਾਬੀ ਯੂਨੀਵਰਸਿਟੀ, 1960 ਚ ਨਾਭਾ ਚ ਪਬਲਿਕ ਸਕੂਲ, ਜਿਹੜਾ ਉਹਨਾਂ ਨੇ ਕਿਹਾ ਚੀਫਸ ਕਾਲਜ ਲਾਹੌਰ ਰਹਿ ਗਿਆ, ਅਸੀਂ ਡੂਨ ਸਕੂਲ ਤੇ ਸਨਾਵਰ ਦੇ ਬਰਾਬਰ ਦਾ ਸਕੂਲ ਬਣਾਉਣਾ ਹੈ। ਉਹਨਾਂ ਦੀ ਸਿੱਖਿਆ ਚ ਦੇਖੋ ਕਿੰਨੀ ਉਹਨਾਂ ਨੇ ਨੀਂਹ ਰੱਖੀ ਪੰਜਾਬ ਦੇ ਵਿੱਚ। ਉਹਨਾਂ ਨੂੰ ਭੁਲਾ ਦਿੱਤਾ ਅਸੀਂ, ਉਹਨਾਂ ਦੇ ਟੱਬਰ ਨੇ ਵੀ ਭੁਲਾ ਦਿੱਤਾ। ਇੱਕ ਤਾਂ ਬਾਦਲਾਂ ਚ ਮਿਲ ਗਿਆ ਉਹਨਾਂ ਦਾ ਵਾਰਿਸ ਜਾ ਕੇ। ਤਾਂ ਇਸ ਕਰਕੇ ਇਹ ਚੀਜ਼ਾਂ ਜਦ ਇਤਿਹਾਸ ਦੇਖੇਗਾ, ਇਤਿਹਾਸ ਕੀ ਕਹੇਗਾ ਕੈਪਟਨ ਸਾਹਿਬ ਨੇ ਕੀ ਕੀਤਾ। ਸਿਰਫ ਗੁੱਸੇ ਚ ਆ ਕੇ, ਹਰਖ ਚ ਆ ਕੇ। ਹੁਣ ਉਹ ਇਹ ਕਹਿ ਰਹੇ ਨੇ, ਅੱਜ ਇਹਨਾਂ ਦੀ ਟਿੱਪਣੀ, ਇਹਨਾਂ ਦੇ ਕਿਸੇ ਸਲਾਹਕਾਰ ਦੀ ਟਿੱਪਣੀ ਹੈ ਕਿ ਅਸੀਂ ਜੇ 4-4 ਹਜ਼ਾਰ ਵੋਟਾਂ ਵੀ ਲੈ ਲਾਂਗੇ ਕਈ ਜਗ੍ਹਾ, ਜੇ ਨਵੀਂ ਪਾਰਟੀ ਬਣਾਉਣੇ ਆ ਤਾਂ ਉਹ 4000 ਨਾਲ ਅਸੀਂ ਕਾਂਗਰਸ ਨੂੰ ਹਰਾ ਸਕਦੇ ਹਾਂ। ਦੇਖੋ, ਇਹ ਰਾਜਨੀਤੀ ਪੰਜਾਬ ਦੇ ਹਿੱਤ ਚ ਨਹੀਂ ਹੈ। ਇਹ ਹੁਣ ਬਦਲੇ ਦੀ ਰਾਜਨੀਤੀ ਹੈ। ਕਹਿੰਦੇ ਇਹ ਬਣਾਉਣਾ ਚਾਹੁੰਦੇ ਪੰਜਾਬ ਵਿਕਾਸ ਪਾਰਟੀ। ਮੈਨੂੰ ਕੁਝ ਦਿਨ ਪਹਿਲਾਂ ਇੱਕ ਸੱਜਣ ਦਾ, ਉਹਨਾਂ ਦਾ ਫੋਨ ਆਇਆ ਬਠਿੰਡੇ ਤੋਂ ਕਿ ਮੈਂ ਜੀ ਰਜਿਸਟਰ ਕੀਤੀ ਹੋਈ ਹੈ ਪੰਜਾਬ ਵਿਕਾਸ ਪਾਰਟੀ, ਤੁਸੀਂ ਕਿਉਂ ਨਹੀਂ ਇਹਨੂੰ ਚਲਾ ਲੈਂਦੇ? ਮੈਂ ਕਿਹਾ ਭਾਈ ਅਸੀਂ ਤਾਂ ਹਲੇ ਸਲਾਹ ਨਹੀਂ ਕੀਤੀ ਪੋਲਿਟਿਕਸ 'ਚ ਜਾਣਾ ਨਹੀਂ ਜਾਣਾ, ਪਰ ਥੈਂਕ ਯੂ ਵੈਰੀ ਮੱਚ, ਬਹੁਤ ਮਿਹਰਬਾਨੀ, ਸੋਚਾਂਗੇ ਜਿਹੜੀ ਗੱਲ ਤੁਸੀਂ ਕਿਹਾ। ਹੁਣ ਇਹ ਕਹਿੰਦੇ ਜੀ ਪੰਜਾਬ ਵਿਕਾਸ ਪਾਰਟੀ ਬਣਾ ਰਿਹਾ। ਮੈਂ ਕਹਿੰਦਾ ਪੰਜਾਬ ਬਦਲਾ ਪਾਰਟੀ ਬਣਾ ਰਹੇ ਆ, ਵਿਕਾਸ ਪਾਰਟੀ ਤਾਂ ਹੈ ਨਹੀਂ ਇਹ। ਤਾਂ ਇਸ ਕਰਕੇ ਕੈਪਟਨ ਸਾਹਿਬ ਨੂੰ ਸੋਚਣਾ ਚਾਹੀਦਾ ਹੈ ਕਿ ਹਮੇਸ਼ਾ ਬੇਚੈਨੀ ਦੀ ਪੋਲਿਟਿਕਸ, ਬੇਚੈਨੀ ਦੀ ਰਾਜਨੀਤੀ, ਉਹਦੇ 'ਚ ਫਾਇਦਾ ਨਹੀਂ ਹੁੰਦਾ, ਕਈ ਵਾਰ ਨੁਕਸਾਨ ਵੀ ਹੁੰਦਾ। ਹੁਣ ਐਸੇ ਇਹ ਮੋੜ ਤੇ ਖੜੇ ਨੇ ਜਿੱਥੇ ਪੰਜਾਬ ਦੀ ਸਲਾਹ ਕੁਝ ਹੋਰ ਹੈ।
ਪੰਜਾਬ ਨੂੰ ਜਥੇਬੰਦੀਆਂ, ਕਿਸਾਨਾਂ ਦੀਆਂ ਜਥੇਬੰਦੀਆਂ ਇੱਕ ਨਵੇਂ ਮੋੜ ਤੇ ਲੈ ਆਏ ਹੈ। ਪੰਜਾਬ ਮੰਗ ਰਿਹਾ ਨਵੀਂ ਰਾਜਨੀਤੀ, ਮੰਗ ਰਿਹਾ ਨਵੇਂ ਚਿਹਰੇ, ਮੰਗ ਰਿਹਾ ਨਵਾਂ ਤੌਰ ਤਰੀਕਾ। ਤੁਸੀਂ ਕੱਲ ਦੇਖੋ, ਤੁਸੀਂ ਪਤਾ ਨਹੀਂ ਵੀਡੀਓ ਦੇਖਿਆ ਹੋਣਾ ਤੁਹਾਡੇ ਦਰਸ਼ਕਾਂ ਨੇ, ਜਿੱਥੇ ਰਾਜਾ ਵੜਿੰਗ ਜਿਹੜਾ ਹੁਣੇ ਮਿਨਿਸਟਰ ਬਣਿਆ, ਉਹਨੂੰ ਇੰਨੇ ਦੋ ਸਿਆਣੇ ਸਵਾਲ ਇੱਕ ਕਿਸਾਨ ਪੁੱਛਦਾ ਹੈ। ਉਹਨੂੰ ਕਹਿੰਦਾ ਤੁਹਾਡੀ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਦੀ ਸਰਕਾਰ ਸੀ ਯੂਪੀਏ ਦੀ, ਤੁਸੀਂ WTO ਕਿਉਂ ਜੁਆਇਨ ਕੀਤਾ, ਕਿਉਂ ਵੜੇ ਤੁਸੀਂ WTO 'ਚ? ਔਰ ਦੂਜਾ ਨੰਬਰ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕਿਉਂ ਨਹੀਂ ਤੁਸੀਂ ਲਾਗੂ ਕੀਤੀ? ਜਵਾਬ ਕੀ ਦਿੰਦੇ ਨੇ ਵੜਿੰਗ ਸਾਹਿਬ? ਮੈਂ ਆਪਣੇ ਖੇਤੀਬਾੜੀ ਮੰਤਰੀ ਨਾਲ ਗੱਲ ਕਰਾਂਗਾ, ਅਫਸਰ ਨਾਲ ਗੱਲ ਕਰਾਂਗਾ, ਫਿਰ ਪਤਾ ਕਰਾਂਗਾ ਜਿਹੜਾ ਤੁਸੀਂ ਕਹਿ ਰਹੇ ਹੋ ਠੀਕ ਹੈ ਕਿ ਨਹੀਂ। ਹੁਣ ਇੱਕ ਮੰਤਰੀ ਜਿਹੜਾ ਤੁਸੀਂ ਲਿਆ ਹੋਇਆ, ਉਹਨੂੰ ਇਹ ਹੀ ਨਹੀਂ ਪਤਾ ਕਿ ਸਵਾਮੀਨਾਥਨ ਰਿਪੋਰਟ ਹੈ, ਕਿ ਇਹ ਕਿਸਾਨ ਨੂੰ ਪਤਾ ਹੈ। ਕਿਸਾਨ ਸਵਾਲ ਪੁੱਛਿਆ ਤੁਹਾਨੂੰ, ਹੁਣ ਇਹ ਲੱਗ ਰਿਹਾ ਕਿ ਦੇਖੋ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦਾ ਸਤਰ ਕੀ ਹੈ, ਕਿੰਨਾ ਘੱਟ ਉਹਨਾਂ ਨੂੰ ਜਾਣ। ਉਹਨਾਂ ਲਈ ਪੋਲਿਟਿਕਸ ਇੱਕ ਖਲਵਾੜ ਬਣ ਗਿਆ ਹੈ ਕਿ ਉਹ ਜਿਹੜਾ ਸੁਖਬੀਰ ਦਾ ਇੱਕ ਬਠਿੰਡੇ ਦੇ ਅੰਦਰ ਟੈਂਪਰੇਰੀ ਸਟੈਂਡ ਹੈ, ਉਹ ਕ੍ਰੇਨ ਨਾਲ ਚੱਕਤਾ ਜਾ ਕੇ। ਸੋ ਇੱਕ ਖਲਵਾੜ ਹੈ। ਉਹਨੂੰ ਸਵਾਮੀਨਾਥਨ ਕਮਿਸ਼ਨ ਦਾ ਕੋਈ ਆਈਡੀਆ ਨਹੀਂ, ਉਹਨੂੰ ਕੋਈ ਪਰਵਾਹ ਨਹੀਂ। ਉਹ ਆਪਣੀ ਜਾਨ ਛੁਡਾ ਕੇ ਉੱਥੋਂ ਭੱਜਿਆ। ਨਾ WTO ਦੀ ਕੋਈ ਉਹਨੂੰ ਮੇਰੇ ਖਿਆਲ ਬਹੁਤਾ ਇਹਦਾ ਜਵਾਬ ਉਹ ਦੇ ਸਕਦਾ ਸੀਗਾ। ਪਰ ਜੇ ਇਹੋ ਜਿਹੇ ਬੰਦੇ ਅੰਦਰ ਆਣਗੇ ਸਰਕਾਰ ਦੇ, ਕੈਪਟਨ ਸਾਹਿਬ ਨੂੰ ਪਹਿਲ ਕਰਨੀ ਚਾਹੀਦੀ ਹੈ ਕਿ ਤੁਸੀਂ ਇਹਨਾਂ ਵਰਗੀ ਪੋਲਿਟਿਕਸ ਨਾ ਕਰੋ। ਤੁਸੀਂ ਆਪਣਾ ਇਤਿਹਾਸ 'ਚ ਕੀ ਨਾ ਛੱਡ ਕੇ ਜਾਣਾ ਹੈ, ਉਹ ਤੁਹਾਡੇ ਕੋਲ ਹੁਣ ਮੌਕਾ ਹੈ। ਮੈਂ ਸਰਦਾਰ ਸਾਹਿਬ ਵਿੱਚ ਮਾਫੀ ਚਾਹੁੰਦਾ, ਮਾਜਰਤ ਚਾਹੁੰਦਾ ਹੈ, ਤੁਹਾਨੂੰ ਮੈਂ ਰੋਕਿਆ, ਪਰ ਮੈਨੂੰ ਜ਼ਰੂਰ ਇਹ ਦੱਸ ਦਿਓ ਕਿ ਕੈਪਟਨ ਸਾਹਿਬ ਨੂੰ ਸੈਲਫ ਐਨਾਲਿਸਿਸ ਨਹੀਂ ਕਰਨਾ ਚਾਹੀਦਾ, ਸਵੈ ਮੁਲਾਂਕਣ ਨਹੀਂ ਕਰਨਾ ਚਾਹੀਦਾ ਕਿ ਭਈ ਮੈਂ 4.5 ਸਾਲ ਲੋਕਾਂ ਨਾਲ ਜੋ ਕਹਿ ਕੇ ਆਇਆ ਸੀ ਮੈਂ ਉਹ ਨਹੀਂ ਕਰ ਪਾਇਆ। ਉਹਨਾਂ ਨੂੰ ਪਹਿਲਾਂ ਲੋਕਾਂ ਨੂੰ ਇਹ ਦੱਸਣਾ ਨਹੀਂ ਚਾਹੀਦਾ ਕਿ ਆਖਰ ਉਹ ਕਿਹੜੇ ਹਾਲਾਤ ਸੀ ਜਿਨ੍ਹਾਂ ਕਾਰਨ ਉਹ ਪ੍ਰੋਮਿਸਿਸ ਕਰਕੇ ਮੁੱਕਰ ਗਏ। ਉਹ ਲਗਾਤਾਰ ਜਿਹੜਾ ਫਾਲਸ ਨੈਰੇਟਿਵ, ਹਮੇਸ਼ਾ ਝੂਠ ਦੀ ਦੁਕਾਨ ਵਰਗੀ ਗੱਲ ਚੱਲਦੀ ਰਹੀ। ਹੁਣ ਵੀ ਜਿਹੜਾ ਬੇਅਦਬੀਆਂ ਦਾ ਇਨਸਾਫ ਮਿਲ ਜੂਗਾ ਜੀ, ਇਹ ਸਿੱਟ ਕਰ ਦੂਗੀ, ਇਹ ਕਮਿਸ਼ਨ ਕਰ ਦੂਗਾ। ਨਸ਼ਿਆਂ ਦੇ ਉੱਤੇ 4.5 ਸਾਲ ਕਿਸੇ ਨੇ ਪੂਣੀ ਨਹੀਂ ਕੱਤੀ। ਮੈਨੂੰ ਤੁਸੀਂ ਇਹ ਦੱਸ ਦਿਓ ਕਿ ਜਿੰਨੇ ਵੀ ਮਾਫੀਆ ਸੀ ਉਹਨਾਂ ਦੇ ਖਿਲਾਫ ਇਹ ਕਹਿ ਕੇ ਆਏ, ਤੇ ਮਾਫੀਆਜ਼ ਅੱਗੇ ਨਾਲੋਂ ਵੱਡੇ ਹੋ ਗਏ। ਇੱਕੋ ਵੇਲੇ ਮਾਝੇ ਦੇ ਵਿੱਚ 100-150 ਬੰਦਾ ਮਾੜੀ ਸ਼ਰਾਬ, ਨਕਲੀ ਸ਼ਰਾਬ ਪੀ ਕੇ ਮਰ ਜਾਂਦਾ। ਇੱਥੇ ਸਾਨੂੰ ਜੋ ਕੁਝ ਵਾਪਰਿਆ 4.5 ਸਾਲ, ਕਦੇ ਕੈਪਟਨ ਸਾਹਿਬ ਉਹਨਾਂ ਚੀਜ਼ਾਂ ਦੀ ਜ਼ਿੰਮੇਵਾਰੀ ਤੈਅ ਕਰਨਗੇ? ਇਹ ਹੁਣ ਜਿਹੜੇ ਮਿਨਿਸਟਰ ਬਣੇ ਨੇ ਜਾਂ ਜਿਹੜੇ MLA ਨੇ, ਇਹ ਕੈਪਟਨ ਗਵਰਨਮੈਂਟ ਦੇ ਵਿੱਚ ਵੀ ਉਹੀ ਮਲਾਈਆਂ ਛਕਦੇ ਰਹੇ। ਹੁਣ ਉਹ ਫੇਰ ਸਰਕਾਰ ਬਣਾ ਕੇ ਬਹਿ ਗਏ, ਨਵੇਂ ਚਿਹਰੇ ਨਾਲੇ ਚਾਹੁੰਦੇ ਹੋਣਗੇ ਕਿ ਅਸੀਂ ਫਿਰ 22 ਦੇ ਵਿੱਚ ਜਾ ਕੇ ਲੋਕਾਂ ਨੂੰ ਕਵਾਂਗੇ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਕਰਕੇ ਨਹੀਂ ਹੋ ਸਕਿਆ, ਕੈਪਟਨ ਅਮਰਿੰਦਰ ਸਿੰਘ ਮਾੜੇ ਸੀ। ਸਭ ਤੋਂ ਪਹਿਲਾਂ ਤੁਹਾਨੂੰ ਨਹੀਂ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਣਾ ਚਾਹੀਦਾ ਕਿ ਮੈਂ ਇਕੱਲਾ ਮਾੜਾ ਨਹੀਂ ਸੀ? ਜਾਂ ਉਹ ਜੋ ਲੋਕਾਂ ਦੀਆਂ ਇਸ਼ਾਵਾਂ ਤੇ ਖਰੇ ਨਹੀਂ ਉਤਰ ਸਕੇ, ਉਹ ਕਿਉਂ ਨਹੀਂ ਉਤਰ ਸਕੇ, ਉਹ ਦੱਸਣ ਜਾ ਕੇ ਵੀ ਉਹ 4.5 ਸਾਲ ਕੀ ਕਰਦੇ ਰਹੇ, ਕਿਸ ਮੁੱਦੇ ਤੇ ਉਹਨਾਂ ਨੇ ਕੀ ਕੀਤਾ। ਤੁਹਾਨੂੰ ਲੱਗਦਾ ਕਿ ਸਵੈ ਮੁਲਾਂਕਣ ਦਾ ਵੀ ਟਾਈਮ ਹੈ? ਅਗਲੇ ਲਈ ਉਹ ਕੋਈ ਰਾਜਨੀਤੀ ਦੇਣ, ਉਸ ਤੋਂ ਪਹਿਲਾਂ ਪਿਛਲਾ ਤੇ ਜਵਾਬ ਦੇਣ ਨਾ ਸਰ। ਤੁਹਾਨੂੰ ਕੀ ਲੱਗਦਾ? ਦੇਖੋ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਔਰ ਉਹਨਾਂ ਕੋਲ ਜਵਾਬ ਬਣ ਵੀ ਸਕਦਾ ਸੀਗਾ, ਕਿਉਂਕਿ 1.5 ਸਾਲ ਤਾਂ ਪਿੱਛੇ ਬਿਮਾਰੀ ਰਹੀ ਹੈ। ਉਹ ਕਹਿੰਦੇ ਮੈਂ ਬੰਦਿਆਂ ਨੂੰ ਨਹੀਂ ਮਿਲਦਾ। ਉਹਨਾਂ ਨੇ ਜਵਾਬ ਦਿੱਤਾ ਮੈਂ ਤਾਂ ਕਦੇ ਵੀ ਨਹੀਂ ਸੀ ਮਿਲਦਾ, ਜੇ ਹੁਣ ਨਹੀਂ ਮਿਲਦਾ ਤਾਂ ਕੀ ਹੋ ਗਿਆ। ਤੁਸੀਂ ਇੱਕ ਹੰਕਾਰ ਜਦ ਬੰਦੇ 'ਚ ਆ ਜਾਂਦਾ ਹੈ, ਜਦ ਤੁਸੀਂ ਟੁੱਟ ਜਾਂਦੇ ਹੋ ਜ਼ਮੀਨ ਨਾਲੋਂ, ਇੰਨੇ ਜ਼ਿਆਦਾ ਟੁੱਟ ਜਾਓ ਕਿ ਤੁਹਾਨੂੰ ਪਤਾ ਨਹੀਂ ਜ਼ਮੀਨ ਤੇ ਕੀ ਹੋ ਰਿਹਾ ਹੈ। ਮੇਰੇ ਖਿਆਲ ਉਹ ਸੁਣ ਵੀ ਨਹੀਂ ਰਹੇ ਕਿਸੇ ਦੀ ਗੱਲ। ਹੁਣ ਸਾਡੇ ਤਾਂ ਸ਼ਾਇਦ ਤੁਸੀਂ ਤੇ ਮੈਂ ਗੱਲ ਕਰ ਰਹੇ ਹਾਂ, ਸ਼ਾਇਦ ਸੁਣ ਲੈਣ, ਗੁੱਸਾ ਵੀ ਆਏਗਾ ਉਹਨਾਂ ਨੂੰ, ਲੇਕਿਨ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਦ ਇਤਿਹਾਸ ਵਾਪਸ ਨਿਗਾਹ ਮਾਰੇਗਾ ਕੈਪਟਨ ਸਿੰਘ ਤੇ, ਹੁਣ ਦੀਆਂ ਗੱਲਾਂ ਯਾਦ ਰੱਖਣਗੇ। ਜਿਹੜੇ ਇਹਨਾਂ ਦੀਆਂ ਕੁਰਬਾਨੀਆਂ ਨੇ, ਜਿਹੜੇ ਛੱਡ ਕੇ ਆਏ, ਉਹਦੇ ਤੇ ਛਿੱਟੇ ਪੈ ਜਾਣਗੇ। ਉਹ ਕਹਿਣਗੇ ਇਹਨਾਂ ਦੀ ਇਨਿੰਗ ਖਤਮ ਕਿੱਥੇ ਹੋਈ ਹੈ, ਇਹ ਅਖੀਰ ਚ ਮੈਚ ਕਿੱਥੇ ਖੇਲਿਆ। ਡੋਨਲਡ ਬ੍ਰੈਡਮੈਨ ਡੱਕ ਤੇ ਆਊਟ ਹੋਇਆ ਪਿਛਲੇ ਮੈਚ ਚ। ਸਟੋਰੀ ਇਹ ਬਣਦੀ ਹੈ ਉਹਦੀ ਐਵਰੇਜ 100 ਨਾ ਬਣ ਸਕੀ, 99.99 ਰਹੀ, ਕਿਉਂਕਿ ਪਿਛਲੇ ਮੈਚ ਚ ਡੱਕ ਤੇ ਆਊਟ ਹੋ ਗਿਆ। ਹੁਣ ਕੈਪਟਨ ਸਾਹਿਬ ਨੂੰ ਸੋਚਣਾ ਚਾਹੀਦਾ ਇਹ ਡੱਕ ਤੇ ਜਾ ਰਹੇ ਨੇ, ਉਹਦੇ ਤੋਂ ਨਿਕਲ ਸਕਦੇ ਨੇ, ਹਲੇ ਵੀ ਉੱਠ ਸਕਦੇ ਨੇ ਉੱਤੇ, ਲੇਕਿਨ ਉਹ ਕਹਿਣ ਹਾਂ ਆ ਮੇਰੀ ਗਲਤੀ ਹੈ, ਆ ਮੇਰੀਆਂ ਮਜਬੂਰੀਆਂ ਸੀ। ਮੈਂ ਇਹ ਨਹੀਂ ਚਾਹੁੰਦਾ ਕਾਂਗਰਸ ਦਾ ਨੁਕਸਾਨ ਹੋਵੇ, ਉਸ ਪਾਰਟੀ, ਮੈਂ ਠੀਕ ਹੈ ਉਹਨਾਂ ਨੇ ਮੈਨੂੰ ਬੇਇੱਜ਼ਤ ਕੀਤਾ ਹੈ, ਲੇਕਿਨ ਮੈਂ ਪੰਜਾਬ ਨੂੰ ਇੱਕ ਨਵੀਂ ਰਾਜਨੀਤੀ ਦੇਣ 'ਚ ਮਦਦ ਕਰਨਾ ਚਾਹੁੰਦਾ। ਇਹਦੀ ਜਗ੍ਹਾ ਉਹ ਕਹਿੰਦੇ ਮੈਂ ਬਦਲਾ ਲੈਣਾ ਚਾਹੁੰਦਾ। ਹੁਣ ਇਹਦੇ ਨਾਲ ਤਾਂ ਹੋਰ ਸਥਿਤੀ ਉਹਨਾਂ ਦੀ ਬਦਲੇਗੀ, ਕਿਉਂਕਿ ਇਹਦੇ ਨਾਲ ਨਾ ਤਾਂ ਹੋ ਸਕਦਾ ਕਾਂਗਰਸ ਨੂੰ ਕੁਝ ਨੁਕਸਾਨ ਪਹੁੰਚਾ ਸਕਣ, ਹੋ ਸਕਦਾ ਨਾ ਕਾਂਗਰਸ ਦਾ ਉਹਦੇ 'ਚ ਕੋਈ ਰੋਲ ਹੋਵੇ, ਨਾ ਕੈਪਟਨ ਸਾਹਿਬ ਦਾ। ਨਵੀਂ ਰਾਜਨੀਤੀ ਨਿਕਲ ਕੇ ਆ ਜਾਏ, ਲੋਕ ਆਪਣਾ ਮਨ ਬਣਾ ਲੈਣ ਇੱਕ ਨਵੀਂ ਰਾਜਨੀਤੀ ਵੱਲ, ਔਰ ਇਹਨਾਂ ਨੂੰ ਕਹਿਣ ਭਾਈ ਤੁਸੀਂ ਸਾਰੇ ਹੀ ਜਾਓ ਆਪਣੇ ਘਰ। ਇਹ ਜਿਹੜਾ ਕਲੇਸ਼, ਰੋਜ਼ ਦਾ ਕਲੇਸ਼ ਹੈ, ਬੰਦ ਕਰੋ। ਕਦੇ ਇੱਕ ਬੰਦਾ ਰੁੱਸ ਜਾਂਦਾ ਹੈ, ਉਹਨੂੰ ਪਟਿਆਲੇ ਤੋਂ ਮਨਾ ਕੇ ਲਿਆਉਂਦੇ ਹੈ, ਫਿਰ ਅੱਧ ਵਿਚਾਲੇ ਨਾ ਤਾਂ ਐਡਵੋਕੇਟ ਜਨਰਲ ਕੱਢਿਆ,
फिर एक विच स्पैशल प्रोसिक्यूटर लाता, फिर कॉम्प्रोमाइज करन लगे। देखो सिद्धू साहब ते भी सवाल उठता है कि यहाँ तो तुसीं अंदर बैठ के ये गल्लां तय कर लो, जे तुसीं पब्लिक च ड्रामा कीता फिर कढवाओ ਉਹਨੂੰ ਐਡਵੋਕੇਟ ਜਨਰਲ ਨੂੰ ਤੇ ਡਾਇਰੈਕਟਰ ਜਨਰਲ ਨੂੰ। ਇਹ ਕੀ ਮਤਲਬ ਹੁੰਦਾ ਕਿ ਨਹੀਂ ਜੀ ਹੁਣ ਅਸੀਂ ਵਿੱਚ ਇਹਦੇ ਸਪੈਸ਼ਲ ਪ੍ਰੋਸੀਕਿਊਟਰ ਲਾ ਲਾਂਗੇ? ਇਹ ਤਾਂ ਅੱਧ ਵਿਚਾਲੇ ਤਾਂ ਸੌਦੇਬਾਜ਼ੀ ਹੈ। ਫਿਰ ਤੁਸੀਂ ਰੁੱਸੇ ਤੋਂ ਮੰਨ ਕੇ ਆ ਜਾਓ। ਮੋਟਰ ਕੇਡਾਂ ਆਈਆਂ, ਦੇਖੋ ਵਿਚਾਰੀਆਂ ਨਰਸਾਂ ਬਾਹਰ, ਉਦੋਂ ਮੈਂ ਟਵੀਟ ਵੀ ਕੀਤਾ, ਨਰਸਾਂ ਬਾਹਰ ਰੋ ਰਹੀਆਂ, ਬੱਚੇ ਕੁਚਲ ਚੱਕੇ ਹੋਏ ਉਹਨਾਂ ਨੇ, ਉਹਨਾਂ ਨੂੰ ਬੱਸਾਂ 'ਚ ਭਰ ਕੇ ਯੂਟੀ ਵਾਲੀ ਪੁਲਿਸ ਲੈ ਗਈ। ਨਾ ਸੀਐਮ ਸਾਹਿਬ ਕੋਲ ਟਾਈਮ, ਨਾ ਸਿੱਧੂ ਕੋਲ ਟਾਈਮ, ਕਮ ਸੇ ਕਮ ਬਾਹਰ ਉਹਨਾਂ ਦੀ ਤਾਂ ਗੱਲ ਸੁਣ ਲੈਂਦੇ 2 ਮਿੰਟ। ਲੇਕਿਨ ਆਪਣੇ ਸਿਆਪੇ 'ਚ ਹੀ ਪਏ ਹੋਏ ਆ, ਔਰ ਇਹ ਸਿਆਪਾ ਮੁੱਕਣਾ ਨਹੀਂ। ਜੋ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਬਦਕਿਸਮਤੀ ਹੈ ਕਿ ਅਗਲੇ 4 ਮਹੀਨਿਆਂ 'ਚ ਸਿਆਪਾ ਮੁੱਕਣਾ ਨਹੀਂ। ਸਿਆਪਾ ਇਹ ਮੁੱਦਿਆਂ ਦਾ ਨਹੀਂ ਹੈ, ਇਹਨਾਂ ਦੇ ਵਿੱਚ ਸਿਆਪਾ ਹੈਗਾ ਹੈ ਕਿ ਸਿੱਧੂ ਸਾਹਿਬ ਨੂੰ ਲੱਗਦਾ ਹੈ ਕਿ ਮੈਂ ਸੁਪਰ ਸੀਐਮ, ਉਹ ਮੈਨੂੰ ਨਹੀਂ ਮੰਨ ਰਿਹਾ ਚੀਫ ਮਿਨਿਸਟਰ ਆਪਣੇ ਆਪ ਨੂੰ ਸਟਰੋਂਗ ਹੋਰ ਤਕੜਾ ਕਰੀ ਜਾ ਰਿਹਾ ਆਪਣੀ ਗੱਦੀ ਦੇ ਵਿੱਚ। ਔਰ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਸਮਝਦੇ ਨੇ। ਕੱਲ ਉਹਨਾਂ ਨੇ ਕਿਸ ਤਰੀਕੇ ਨਾਲ, ਤੁਸੀਂ ਕਿੰਨੇ ਚੀਫ ਮਿਨਿਸਟਰ ਦੇਖਿਆ ਕਿ ਇੱਕ ਦਿਨ 'ਚ ਪ੍ਰਧਾਨ ਮੰਤਰੀ ਮੋਦੀ ਉਹਨੂੰ ਸਮੇਂ ਦੇ ਦੇਣ? ਉਹ ਮੋਦੀ ਸਾਹਿਬ ਜਾਣਦੇ ਨੇ ਪੋਲਿਟਿਕਸ, ਉਹਨਾਂ ਨੂੰ ਪਤਾ ਇਹਨਾਂ ਦਾ ਆਪਸ ਸਿਆਪਾ ਪਿਆ ਹੈ। ਇੱਕ ਧੜੇ ਨੂੰ ਉੱਤੇ ਚੱਕੋ, ਉਹ ਧੜੇ ਨੂੰ ਉੱਤੇ ਚੱਕ ਰਿਹਾ, ਉਹਦਾ ਫਾਇਦਾ ਉਹ ਯੂਪੀ 'ਚ ਵੀ ਉਠਾਉਣਾ ਚਾਹੁੰਦੇ ਆ। ਤਾਂ ਇਸ ਕਰਕੇ ਉਹਦੇ ਨਾਲ ਹੋਰ ਗੱਲ ਵਧੇਗੀ ਕਿ ਇਹ ਉਸ ਧੜੇ ਨੂੰ ਉੱਤੇ ਚੱਕ ਰਹੇ ਬੀਜੇਪੀ ਵਾਲੇ। ਇੱਕ ਪਾਸੇ ਤਾਂ ਕੈਪਟਨ ਸਾਹਿਬ ਦੇ ਸਿਰ ਤੇ ਹੱਥ ਫੇਰ ਰਹੇ ਹੈ, ਦੂਜੇ ਪਾਸੇ ਚੰਨੀ ਸਾਹਿਬ ਦੇ ਧੜੇ ਨੂੰ ਉੱਤੇ ਚੱਕਤਾ ਕਾਂਗਰਸ। ਉਹ ਚਾਹੁੰਦੇ ਆ ਲੜਾਈ ਵਧੇ। ਇਹ ਲੜਾਈ ਦੇ ਵਿੱਚ ਅੱਛਾ ਹੁਣ ਦੂਜੇ ਨਾਲ ਇਹਦੇ ਨਾਲ ਜਿਹੜੀ ਜੁੜੀ ਹੋਈ ਗੱਲ ਹੈ, ਜਿਹੜੀ ਕੈਪਟਨ ਸਾਹਿਬ ਦੁਹਰਾਈ ਜਾਂਦੇ, ਬੀਜੇਪੀ ਦੁਹਰਾਈ, ਪੰਜਾਬ ਨੂੰ ਬੜਾ ਖਤਰਾ ਹੈ। ਪੰਜਾਬ ਨੂੰ ਬਹੁਤ ਖਤਰਾ ਹੋ ਗਿਆ ਪਾਕਿਸਤਾਨ ਤੋਂ। ਦੇਖੋ ਮੈਂ ਪਿਛਲੀ ਵਾਰ ਵੀ ਕਿਹਾ, ਜੇ ਜਿਹੜੀ ਲੇਡੀ ਇਹਨਾਂ ਦੇ ਕੋਲ ਤਕਰੀਬਨ 8-10 ਸਾਲ ਰਹਿ ਕੇ ਗਈ ਹੋਵੇ, ਮੈਂ ਤੁਹਾਨੂੰ ਅੱਜ ਪਹਿਲੀ ਵਾਰ ਦੱਸਦਾ ਹਾਂ, ਜਦ ਮੈਂ ਅੰਬੈਸਡਰ ਸੀ ਆਬੂ ਧਾਬੀ 'ਚ, ਪਾਕਿਸਤਾਨ ਦਾ ਅੰਬੈਸਡਰ ਲੱਗ ਕੇ ਆਇਆ ਨਵਾਜ਼ ਸ਼ਰੀਫ ਨੇ, ਜਦ ਉੱਥੋਂ ਮਿਲਟਰੀ ਰੂਲ ਤੋਂ 99 ਤੋਂ 6 ਮਹੀਨੇ ਪਹਿਲਾਂ ਵਿਚਾਰਾ ਲੱਗ ਕੇ ਆਇਆ। ਉਹ ਪੋਲੀਟੀਕਲ ਏਡ ਸੀ, ਉਹ ਡਿਪਲੋਮੈਟ ਨਹੀਂ ਸੀ। ਨਵਾਜ਼ ਸ਼ਰੀਫ ਦਾ ਪੋਲੀਟੀਕਲ ਸਲਾਹਕਾਰ ਹੁੰਦਾ ਸੀ। ਉਹਨੂੰ ਅੰਬੈਸਡਰ ਲਾ ਕੇ ਆਬੂ ਧਾਬੀ ਪਈ ਤਾਂ ਬੜਾ ਨਫੀਸ ਆਦਮੀ ਵਿਚਾਰਾ, ਉਹਨਾਂ ਦਾ ਟੱਬਰ ਲੁਧਿਆਣੇ ਤੋਂ ਸੀ ਤੇ ਉਹ ਬੜਾ ਗੱਲਾਂ ਬਾਤਾਂ 'ਚ, ਕਿਉਂਕਿ ਡਿਪਲੋਮੈਟ ਨਹੀਂ ਸੀ, ਡਿਪਲੋਮੈਟ ਤਾਂ ਬੜੇ ਕਤਰਾਉਂਦੇ ਆ ਹਿੰਦੁਸਤਾਨੀ ਡਿਪਲੋਮੈਟਸ ਤੋਂ, ਉਹਦੇ ਨਾਲ ਥੋੜੀ ਗੱਲਬਾਤ ਕਰਕੇ ਥੋੜੀ ਇੱਕ ਦੂਜੇ ਨਾਲ ਬੈਠ ਕੇ ਗੱਲ ਕਰਦੇ ਸੀ। ਫਿਰ ਜਦ ਪਾਕਿਸਤਾਨ 'ਚ ਕੂ ਹੋ ਗਿਆ, ਇਹ ਵਿਚਾਰਾ ਡਰਦਾ ਵਾਪਸ ਨਹੀਂ ਗਿਆ ਕਿਉਂਕਿ ਇਹਨੂੰ ਹਟਾਤਾ। ਇਹ ਦੁਬਈ ਰਹਿੰਦਾ ਸੀ, ਮੈਂ ਜਦ ਵੀ ਦੁਬਈ ਜਾਣਾ ਇਹਨੂੰ ਮਿਲ ਲੈਣਾ। ਸੋ ਇਸ ਕਰਕੇ 2-4 ਵਾਰ ਜਦ ਰਿਟਾਇਰ ਹੋਣ ਦੇ ਬਾਅਦ ਮੈਂ ਪਾਕਿਸਤਾਨ ਗਿਆ ਕਿਸੇ ਮੀਟਿੰਗ ਲਈ, ਮੈਂ ਉਹਨੂੰ ਲਾਹੌਰ 'ਚ ਮਿਲਿਆ। ਉੱਥੇ ਗੱਲ ਹੋਈ, ਮੈਂ ਕਿਹਾ ਰੂਸਾ ਜੀ ਦਾ ਬੈਕਗਰਾਉਂਡ ਕੀ ਹੈ? ਉਹ ਹੱਸਣ ਲੱਗ ਪਿਆ, ਕਹਿੰਦਾ ਤੁਹਾਨੂੰ ਨਹੀਂ ਪਤਾ ਬੈਕਗਰਾਉਂਡ? ਮੈਂ ਕਿਹਾ ਨਹੀਂ। ਕਹਿੰਦਾ ਅਸੀਂ ਜਦ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਸੀ, ਅਸੀਂ ਇਹਨੂੰ ਟੇਪ ਕਰਦੇ ਸੀ ਜਿੱਥੇ ਜਿੱਥੇ ਜਾਂਦੀ ਸੀ, ਮੈਂ ਤਾਂ ਇਹਦੀਆਂ ਰਿਕਾਰਡਿੰਗ ਸੁਣੀਆਂ। ਹੁਣ ਦੱਸੋ, ਇੱਕ ਐਸੀ ਜਨਾਨੀ ਜਿਹਨੂੰ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਉਹਦੀਆਂ ਰਿਕਾਰਡਿੰਗਸ ਟੇਪ ਰਿਹਾ ਸੀ ਕਿ ਕਿਹਦੇ ਨਾਲ ਮੀਟਿੰਗ ਕਰ ਰਹੀ ਹੈ, ਕਿਹਨੂੰ ਮਿਲ ਰਹੀ ਹੈ, ਉਹ ਹਾਈਲੀ ਪੋਲੀਟੀਕਲ ਹੈ, ਤੇ ਉਹਦਾ ਆਈਐਸਆਈ ਨਾਲ ਕਿਵੇਂ ਸੰਬੰਧ ਨਹੀਂ ਹੋਊਗਾ? ਤੁਸੀਂ ਮੈਨੂੰ ਸਮਝਾਓ। ਔਰ ਤੁਸੀਂ ਉਹਦੇ ਵੀਜ਼ੇ ਲਈ ਬਾਰ-ਬਾਰ, ਅੱਛਾ ਫਿਰ ਇੱਕ ਹੋਰ ਦੱਸਾਂ ਤੁਹਾਨੂੰ, ਮੇਰੇ ਮਿੱਤਰ ਜਸਟਿਸ ਨਾਰੰਗ, ਜੀਤੀ ਨਾਰੰਗ ਮਰ ਗਏ ਵਿਚਾਰੇ, ਪੰਜਾਬ ਦੇ ਹਾਈ ਕੋਰਟ ਜੱਜ ਸੀ। ਮੈਨੂੰ 3 ਸਾਲ ਪਹਿਲਾਂ ਫੋਨ ਆਇਆ, ਉਹਨਾਂ ਦਾ ਕੋਈ ਮਿੱਤਰ ਜੱਜ ਲਾਹੌਰ ਹਾਈ ਕੋਰਟ ਦਾ, ਉਹਨੂੰ ਵੀਜ਼ਾ ਚਾਹੀਦਾ ਸੀ। ਮੈਂ ਹਾਈ ਕਮਿਸ਼ਨਰ ਨੂੰ, ਸਾਡੇ ਹਾਈ ਕਮਿਸ਼ਨਰ ਨੂੰ ਫੋਨ ਕੀਤਾ। ਮੈਂ ਕਿਹਾ ਦੇਖੋ ਜੱਜ ਨੇ ਹਾਈ ਕੋਰਟ ਦੇ, ਇੱਕ ਰਿਟਾਇਰਡ ਜੱਜ ਰਿਕਮੈਂਡ ਕਰ ਰਹੇ ਆ, ਮੈਂ ਇਸੇ ਕਰਕੇ ਰਿਕਮੈਂਡ ਕਰ ਰਿਹਾ। ਉਹ ਮੈਨੂੰ ਕਹਿੰਦਾ ਜੀ ਸਾਡੇ ਕੋਲ ਜਿਹੜੇ ਇਖਤਿਆਰ ਹੁੰਦੇ ਸੀ, ਹਾਈ ਕਮਿਸ਼ਨਰ ਕੋਲ ਹਮੇਸ਼ਾ ਇਖਤਿਆਰ ਹੁੰਦਾ ਸੀ ਕਿ ਉਹ ਬਿਨਾਂ ਪੁੱਛੇ ਜਿਹਨੂੰ ਮਰਜ਼ੀ ਵੀਜ਼ਾ ਦੇ ਦੇ। ਉਹ ਕਹਿੰਦਾ ਸਾਡੇ ਇਖਤਿਆਰ ਅਮਿਤ ਸ਼ਾਹ ਜੀ ਨੇ ਵਾਪਸ ਲੈ ਲਏ ਨੇ, ਇਹ ਇਖਤਿਆਰ ਸਿਰਫ ਅਮਿਤ ਸ਼ਾਹ ਜੀ ਦੇ ਦਫ਼ਤਰ ਵਿੱਚ ਨੇ। ਫਿਰ ਇੱਕ ਜਨਾਨੀ ਦਾ ਵੀਜ਼ਾ ਬਾਰ-ਬਾਰ ਦੁਹਰਾਇਆ ਜਾਏ ਔਰ ਇਖਤਿਆਰ ਹੋਣ ਅਮਿਤ ਸ਼ਾਹ ਦੇ ਦਫ਼ਤਰ ਕੋਲ, ਤੁਸੀਂ ਕੀ ਅੰਦਾਜ਼ਾ ਲਗਾਓਗੇ ਕਿ ਪੰਜਾਬ ਦੇ ਚੀਫ ਮਿਨਿਸਟਰ ਉਹਨਾਂ ਤੋਂ ਜਦ ਕੰਮ ਕਰਾ ਰਹੇ ਸੀ, ਬਾਰ-ਬਾਰ ਵੀਜ਼ਾ ਵਧਵਾ ਰਹੇ ਸੀਗੇ, ਤਾਂ ਨੇੜਾਪਨ ਤਾਂ ਹੋਊਗਾ ਹੀ ਉਹਨਾਂ ਦੇ ਨਾਲ, ਉਹਨਾਂ ਨਾਲ ਕੋਈ ਚੈਨਲ ਤਾਂ ਖੁੱਲੀ ਹੋਊਗੀ। तो इस करके पहली बार नहीं है जाके मिले। सो ये नवे एवं मुद्दे ना उठान, पाकिस्तान तो खतरा है। देखो मैं मोटी गल दसदा, राजस्थान भी लगता है ना पाकिस्तान नाल, गुजरात भी लगता है पाकिस्तान दे नाल। पंजाब दा इस वेले 1.5 लाख करोड़ का बजट है, ਉਹਦੇ ਚੋਂ 6457 ਕਰੋੜ ਪੁਲਿਸ ਤੇ ਖਰਚ ਕਰ ਰਹੇ ਹਾਂ ਅਸੀਂ। ਰਾਜਸਥਾਨ ਜਿਹੜਾ ਸਾਡੇ ਨਾਲੋਂ ਵੱਡਾ ਸੂਬਾ ਹੈ, ਉਹਦਾ 2.5 ਲੱਖ ਕਰੋੜ ਦਾ ਬਜਟ, 2,36,000 ਕਰੋੜ ਦਾ ਬਜਟ ਹੈ, 1.5 ਗੁਣਾ ਪੰਜਾਬ ਨਾਲੋਂ। ਉਹ ਸਾਡੇ ਜਿੰਨਾ ਪੁਲਿਸ ਤੇ ਖਰਚ ਕਰ ਰਹੇ ਹੈ। ਹਰਿਆਣੇ ਦਾ 1 ਕਰੋੜ 47 ਲੱਖ ਜਿਹੜਾ ਸਾਡੇ ਤੋਂ ਥੋੜਾ ਜਿਹਾ ਘੱਟ ਬਜਟ ਹੈ ਸਾਰਾ, ਉਹ 4,000 ਕਰੋੜ ਖਰਚ ਕਰ ਰਹੇ ਹੈ। ਜਿਹੜਾ ਗੁਜਰਾਤ ਹੈ, ਜਿਹੜਾ ਐਡਾ ਵੱਡਾ, ਉਹਨਾਂ ਦਾ 2 ਲੱਖ ਕਰੋੜ ਦਾ ਬਜਟ ਹੈ,
ਉਹ 4900, ਸਾਡੇ ਨਾਲੋਂ 1500 ਕਰੋੜ ਪੁਲਿਸ ਤੇ ਘੱਟ ਖਰਚ ਕਰ ਰਹੇ ਹੈ। ਇਹ ਪੁਲਿਸ ਇੰਨੀ ਹਾਮੀ ਕੀਤੀ ਹੋਈ ਹੈ ਇਹਨਾਂ ਨੇ, ਗੱਡੀਆਂ ਪਿੱਛੇ ਲਾ, ਇਹਦੇ ਕਰ, ਇਹ ਪੁਲਿਸ ਰਾਜ ਹੈ। ਇਹ ਕਾਂਗਰਸ ਸਰਕਾਰ ਜਿਹੜੀ ਮਰਜ਼ੀ ਆ ਜਾਏ, ਅਕਾਲੀਆਂ ਦੀ ਆ ਜਾਏ, ਦੂਜੀ ਆ ਜਾਏ, ਤਾਂ ਹੀ ਲੜਾਈ ਹੁੰਦੀ ਹੈ। ਹੋਮ ਕਿਹਦੇ ਕੋਲ ਜਾਊਗਾ? ਕਿਉਂਕਿ ਰਾਜ ਹੀ ਪੁਲਿਸ ਦਾ। 1.5 ਗੁਣਾ ਖਰਚਾ ਕਰ ਰਹੇ ਹੋ ਤੁਸੀਂ ਪੁਲਿਸ ਤੇ, ਕਿਉਂ ਉਹਨੂੰ ਕੱਟ ਨਹੀਂ ਰਹੇ? ਮੁਲਾਜ਼ਮਾਂ ਦੇ ਕੱਟ ਰਹੇ ਹੋ। ਕੱਲ ਅਸੀਂ ਐਜੂਕੇਸ਼ਨ ਤੇ ਕੈਰੋਂ ਸਾਹਿਬ ਦੀ ਜਦ ਕੀਤਾ, ਬੰਦਿਆਂ ਨੇ ਕਿਹਾ ਜੀ ਪ੍ਰੋਫੈਸਰ ਘਟਾਤੇ ਨੇ ਗਵਰਨਮੈਂਟ ਕਾਲਜਾਂ 'ਚ, ਉਹਨਾਂ ਨੂੰ ਟੈਂਪਰੇਰੀ ਕਰਤਾ। 4 ਕਾਲਜਾਂ 'ਚ ਪ੍ਰੋਫੈਸਰ ਪੜ੍ਹਾ ਰਹੇ ਨੇ, ਤੁਹਾਨੂੰ ਉਹਦੇ ਕੋਈ ਚਿੰਤਾ ਨਹੀਂ ਹੈ। 6% ਆਪਣਾ ਬਜਟ ਤੁਸੀਂ ਪੁਲਿਸ ਤੇ ਖਰਚ ਕਰ ਰਹੇ ਹੋ, ਜਦ ਹਿੰਦੁਸਤਾਨ ਦੀ ਐਵਰੇਜ 3.5% ਹੈ। ਫਿਰ ਤੁਸੀਂ ਕਿਵੇਂ ਚਲਾਓਗੇ ਸਰਕਾਰਾਂ? ਤਾਂ ਇਸ ਕਰਕੇ ਕੈਪਟਨ ਸਾਹਿਬ ਨੂੰ ਇਸ ਰਸਤੇ 'ਤੇ ਨਹੀਂ ਜਾਣਾ ਚਾਹੀਦਾ। ਕੋਈ ਪਾਕਿਸਤਾਨ ਤੋਂ ਨਵਾਂ ਖਤਰਾ ਨਹੀਂ ਹੈ, ਇਹ ਖਤਰਾ ਸੀ ਹਮੇਸ਼ਾ ਹੀ, ਇਹ ਖਤਰਾ ਚੱਲਦਾ ਰਹੇਗਾ। ਬੀਜੇਪੀ ਤੇ ਕੈਪਟਨ ਸਾਹਿਬ ਰਲ ਕੇ ਹੁਣ ਇਹ ਨਵੀਆਂ ਗੱਲਾਂ ਨਾ ਉਡਾਉਣ, ਮੁੱਦਿਆਂ ਦੀ ਗੱਲ ਕਰਨ, ਕਿਸਾਨਾਂ ਦੀ ਗੱਲ ਕਰਨ, ਪੰਜਾਬ ਦੇ ਸਿਹਤ ਦੀ ਗੱਲ ਕਰਨ, ਵਿਦਿਆ ਦੀ ਗੱਲ ਕਰਨ, ਇਹਨਾਂ ਮੁੱਦਿਆਂ ਤੇ ਆਉਣ। ਇਹ ਐਵੇਂ ਖਲਵਾੜ ਨਾ ਸ਼ੁਰੂ ਕਰਨ ਨਵਾਂ। ਤੁਹਾਡੀ ਠੀਕ ਗੱਲ ਹੈ ਕਿ ਜਾਂਦੇ ਜਾਂਦੇ ਜਿੰਨੀ ਜ਼ਿੰਦਗੀ ਭਰ ਦੀ ਭੱਲ ਖੱਟੀ ਸੀ, ਉਹ ਸਾਰੀ ਦੀ ਸਾਰੀ ਉਲਟ ਦਿਸ਼ਾ 'ਚ ਵਹਿ ਗਈ। ਮੈਂ ਤੁਹਾਡੇ ਕੋਲ ਜਾਣਨਾ ਹੈ, ਤੁਸੀਂ ਕੱਲ ਸਰਦਾਰ ਬਲਬੀਰ ਸਿੰਘ ਰਾਜੇਵਾਲ ਜੀ ਨਾਲ ਬੈਠੇ ਸੀ, ਮੈਨੂੰ ਜੋ ਤੁਹਾਡੀ ਗੱਲਬਾਤ ਹੋਈ, ਕੀ ਕੋਈ ਸਮਝੌਤਾ ਵਾਪਰ ਰਿਹਾ? ਕੀ ਪੰਜਾਬ ਦੀ ਰਾਜਨੀਤੀ 'ਚ ਕਿਸਾਨਾਂ ਦਾ ਕੋਈ ਦਖਲ ਹੋਊਗਾ ਅਗਲੇ ਸਮੇਂ 'ਚ? ਮੈਨੂੰ ਜ਼ਰਾ ਦੱਸਿਓ। ਅਸੀਂ ਉਹਨਾਂ ਨੂੰ ਬੜੀ ਖੁਸ਼ੀ, ਉਹਨਾਂ ਨੂੰ ਮਿਲ ਕੇ, ਬੜੇ ਸਿੰਪਲ ਸਿੱਧੇ ਬੰਦੇ ਹੈ, ਤੇ ਉਹਨਾਂ ਨੂੰ ਕਿਹਾ ਜੀ ਦੇਖੋ ਅਸੀਂ ਤਾਂ ਤੁਹਾਡੇ ਦਰਸ਼ਨ ਕਰਨ ਆਏ ਹਾਂ, ਤੁਹਾਨੂੰ ਇਹ ਕਹਿਣ ਆਏ ਹਾਂ ਕਿ ਸਾਡਾ ਅੰਦਾਜ਼ਾ ਇਹ ਹੈਗਾ, ਸਾਡਾ ਮੰਚ ਹੈ, ਅਸੀਂ ਪੋਲੀਟੀਕਲ ਪਾਰਟੀ ਤਾਂ ਹੈ ਨਹੀਂ, ਤਾਂ ਮੰਚ ਸਾਡਾ ਅੰਦਾਜ਼ਾ ਇਹ ਹੈ ਕਿ ਤੁਸੀਂ ਪੰਜਾਬ ਨੂੰ ਇੱਕ ਐਸੇ ਮੋੜ ਤੇ ਲਿਆਏ ਹੋ ਜਿੱਥੇ ਪੰਜਾਬ ਤਬਦੀਲੀ ਚਾਹ ਰਿਹਾ, ਇੱਕ ਨਵੀਂ ਰਾਜਨੀਤੀ ਚਾਹ ਰਿਹਾ, ਨਵੇਂ ਚਿਹਰੇ ਚਾਹ ਰਿਹਾ। ਉਹ ਇਹ ਨਹੀਂ ਚਾਹ ਰਿਹਾ ਬੰਦੇ ਘੁੰਮ ਫਿਰ ਕੇ ਦੁਬਾਰਾ ਆ ਜਾਣ ਜਿਹੜੇ ਪਹਿਲਾਂ ਦੇ। ਉਹਨਾਂ ਨੇ ਖੁਦ ਹੀ ਕਿਹਾ ਜੀ, ਇੱਕ ਪੋਲੀਟੀਸ਼ੀਅਨ ਇਹੋ ਜਿਹਾ ਜਿਹੜਾ ਕੁਝ ਸਾਲ ਪਹਿਲਾਂ ਕਹਿੰਦਾ ਸੀ ਮੈਂ ਸਾਰਿਆਂ ਤੋਂ ਅਮੀਰ ਸਿੱਖ ਹੋਣਾ ਚਾਹੁੰਦਾ ਦੁਨੀਆ ਦਾ। ਮੈਂ ਕਿਹਾ ਜੀ ਸੁਣਿਆ ਤਾਂ ਮੈਂ ਵੀ ਸੀ ਇਹ ਗੱਲ। ਤੋ ਇਸ ਕਰਕੇ ਮੈਂ ਕਿਹਾ ਤੁਸੀਂ ਕੀ ਸੋਚਿਆ ਅੱਗੇ ਜਾਣ ਦਾ? ਉਹ ਕਹਿੰਦੇ SKM ਦੇ ਵਿੱਚ ਬਿਲਕੁਲ ਇਕੱਠੇ ਆ ਅਸੀਂ ਸਾਰੇ ਜਾਣੇ, ਇੱਕ ਅੱਧਾ ਬੰਦਾ ਜਿਹੜਾ ਪੰਜਾਬ 'ਚ ਭੱਜਿਆ ਫਿਰ ਰਿਹਾ, ਸਾਨੂੰ ਪਤਾ ਕਿਹੜੀ ਸ਼ਕਤੀ ਹੈ ਉਹਦੇ ਪਿੱਛੇ, ਔਰ ਸੈਂਟਰ ਦੀ ਸਰਕਾਰ ਦੇ ਨਾਲ ਗੱਲਬਾਤ ਬਹੁਤ ਵਾਰ ਹੋ ਲਈ ਹੈ। ਉਹਨਾਂ ਨੂੰ ਵੀ ਪਤਾ ਸਾਨੂੰ ਕੀ ਚਾਹੀਦਾ ਹੈ, ਸਾਨੂੰ ਵੀ ਪਤਾ ਕੀ ਮਿਲ ਸਕਦਾ ਹੈ। ਉਹ ਸਾਨੂੰ ਉਮੀਦ ਹੈ ਕਿ ਮਿਲ ਜਾਏਗਾ। ਜੇ ਮਿਲ ਜਾਏਗਾ ਉਹਦੇ ਬਾਅਦ ਫੈਸਲਾ ਕਰਾਂਗੇ ਕਿ ਕਿਹੜੇ ਬੰਦਿਆਂ ਨੇ ਪੋਲਿਟਿਕਸ 'ਚ ਜਾਣਾ ਹੈ। ਤੇ ਅਸੀਂ ਉਹਨਾਂ ਨੂੰ ਕਿਹਾ ਜੀ 7 ਵਚਨ, ਜੇ ਕਿਸਾਨਾਂ ਨੂੰ ਉਹ ਮਿਲ ਜਾਂਦਾ ਹੈ ਜਿਹੜਾ ਕਿਸਾਨ ਚਾਹੁੰਦੇ ਹੈ, ਤਾਂ ਨਾ ਸਾਨੂੰ ਨਾ ਕਿਸੇ ਹੋਰ ਨੂੰ ਪੋਲਿਟਿਕਸ ਵੱਲ ਜਾਣਾ ਚਾਹੀਦਾ, ਕਿਉਂਕਿ ਵੋਟਾਂ ਤੋੜਨੀਆਂ ਨਹੀਂ ਚਾਹੀਦੀਆਂ। ਜਿਹੜੀ ਇੱਕ ਨਵਾਂ ਧੜਾ ਨਿਕਲ ਕੇ ਆਏਗਾ, ਪਰ ਜੇ ਉਹ ਨਹੀਂ ਕਰਦੀ ਸੈਂਟਰ, ਫਿਰ ਅਸੀਂ ਉਹਨਾਂ ਕੋਲ ਸਵਾਲ ਰੱਖ ਕੇ ਆਏ ਹਾਂ ਕਿ ਫਿਰ ਕੀ ਸੋਚ ਹੈ, ਫਿਰ ਕੀ ਆਦੇਸ਼ ਹੈ ਤੁਹਾਡਾ ਜੇ ਸੈਂਟਰ ਨਹੀਂ ਤੈਅ ਕਰਦਾ। ਹੁਣ ਉਹ ਜਾ ਰਹੇ ਨੇ ਯੂਪੀ ਦੇ ਵਿੱਚ, ਉਹ ਕਹਿੰਦੇ ਆ ਕਿ ਦਕਸ਼ਣੀ ਨਾ ਪੂਰਬੀ ਪੱਛਮੀ ਯੂਪੀ 'ਚ, ਵੈਸਟਰਨ ਯੂਪੀ 'ਚ ਤਾਂ ਕਿਸਾਨ ਇਕੱਠੇ ਹੋ ਗਏ ਨੇ, ਜਿੱਥੇ ਉੱਥੇ ਦੇ ਕਿਸਾਨ ਤੇ ਸਮਾਜਵਾਦੀ ਪਾਰਟੀ ਹੈ। ਹੁਣ ਉਹ ਕਹਿੰਦੇ ਅਸੀਂ ਚੜ੍ਹਦੇ ਕਨੀ ਨੂੰ ਜਾ ਰਹੇ ਹਾਂ, ਪੂਰਬੀ ਯੂਪੀ ਕਨੀ। ਤੋ ਇਹ ਇੱਕ ਜਲੂਸ ਕੱਢ ਰਹੇ ਨੇ ਜਿਹੜਾ ਵਾਰਾਣਸੀ 'ਚ ਖਤਮ ਹੋਏਗਾ, ਤੇ ਉਹਨਾਂ ਦੀ ਉਮੀਦ ਹੈ ਕਿ ਉੱਥੇ ਵੀ ਬੜੇ ਉਤਸ਼ਾਹ ਨਾਲ ਲੋਕ ਇਹ ਗੱਲ ਸੁਣ ਰਹੇ ਨੇ ਕਿਸਾਨਾਂ ਦੀ, ਔਰ ਇਹਨਾਂ ਨੂੰ ਦੱਖਣ ਤੋਂ ਵੀ ਤਾਮਿਲਨਾਡੂ ਹੋਰ ਦੇਸ਼ਾਂ ਤੋਂ ਕਿਸਾਨਾਂ ਦੇ ਜਿਹੜੇ ਉੱਥੇ ਹੈਗੇ ਜਥੇਬੰਦੀਆਂ, ਉਹਨਾਂ ਦੇ ਪੱਤਰ ਆਏ ਨੇ ਕਿ ਅਸੀਂ ਵੀ ਬਣਾ ਰਹੇ ਹਾਂ ਐਸਾ ਹੀ ਸੰਗਠਨ, ਉਹ ਤੁਹਾਡੇ ਨਾਲ ਜੁੜਨਾ ਚਾਹੁੰਦੇ ਹਾਂ। ਸੋ ਇਸ ਕਰਕੇ ਉਹ ਸਿਰਫ ਪੰਜਾਬ ਦਾ ਨਹੀਂ ਸੋਚ ਰਹੇ, ਉਹ ਇਹ ਸੋਚ ਰਹੇ ਕਿਸਾਨ ਸਾਰਾ ਹਿੰਦੁਸਤਾਨ ਦਾ ਜਿਹੜਾ ਉਹ ਟੁੱਟਿਆ ਹੋਇਆ ਇੱਕ ਦੂਜੇ ਨਾਲੋਂ, ਉਹਨਾਂ ਨੂੰ ਇੱਕ ਸਤਰ ਤੇ ਕਿਵੇਂ ਲਿਆਉਣਾ ਹੈ ਤਾਂ ਕਿ ਉਹ ਸਰਕਾਰਾਂ ਨਾਲ ਗੱਲਬਾਤ ਕਰ ਸਕਣ, ਸਰਕਾਰਾਂ ਨੂੰ ਦੱਸ ਸਕਣ ਕਿ ਇਹ ਜਿਹੜੇ ਧੱਕੇਬਾਜ਼ੀ ਕਿ ਇੱਕ ਜਗ੍ਹਾ ਨਹੀਂ ਹੋ ਰਹੀ, ਸਾਰੀ ਜਗ੍ਹਾ ਹੁੰਦੀ ਹੈ। ਕਿਸਾਨ ਕਦੇ 1 ਸਾਲ ਪੈਸੇ ਬਣਾ ਲੈਂਦਾ, ਦੂਸਰੇ ਸਾਲ ਕਰਜ਼ਾਈ ਹੋ ਜਾਂਦਾ ਹੈ। ਇਹਦੇ ਜਿਹੜੇ ਇਲਾਜ ਨੇ ਇਹ ਸੈਂਟਰ ਦੀ ਸਰਕਾਰ ਨੂੰ ਲੱਭਣੇ ਪੈਣੇ ਨੇ, ਇਹ ਕਾਨੂੰਨ ਬਣਾ ਕੇ। ਔਰ ਦੂਜੇ ਸਾਰਿਆਂ ਤੋਂ ਵੱਡਾ ਮੁੱਦਾ ਉਹਨਾਂ ਨੂੰ ਕਿਹਾ ਕਿ ਦੇਖੋ ਇਹ ਸਿਰਫ ਕਾਨੂੰਨ ਦਾ ਮੁੱਦਾ ਨਹੀਂ ਹੈ, ਇਹ ਬਹੁਤ ਵੱਡੀ ਰਾਜਨੀਤੀ ਹੈ ਕਿ ਉਹ ਮੁੱਦੇ ਜਿਹੜੀ ਖੇਤੀਬਾੜੀ ਦਾ ਮੁੱਦਾ ਜਿਹੜਾ ਇੱਕ ਸਟੇਟ ਲਿਸਟ ਹੈ, ਜਿਹੜਾ ਸਟੇਟਾਂ ਦੇ ਨੀਚੇ ਹੈ, ਰਾਜਿਆਂ ਦੇ ਨੀਚੇ ਹੈ, ਉਹਦੇ ਤੇ ਤੁਸੀਂ ਕਾਨੂੰਨ ਕਿਵੇਂ ਬਣਾਇਆ? ਤੁਸੀਂ ਸਿਰਫ ਇਹ ਕਹਿ ਕੇ ਕਿ ਤਜਾਰਤ ਜੁੜੀ ਹੋਈ ਹੈ ਇਹਦੇ ਨਾਲ, ਤਜਾਰਤ ਸੈਂਟਰ ਦੇ ਥੱਲੇ ਯੂਨੀਅਨ ਲਿਸਟ 'ਚ, ਤੁਸੀਂ ਉਹਦਾ ਬਹਾਨਾ ਬਣਾ ਕੇ ਇਹਦੇ ਤੇ ਬਣਾ। ਦੇਖੋ ਹੁਣ ਸੁਪਰੀਮ ਕੋਰਟ ਨੇ ਕਿਹਾ, ਮੈਂ ਇਹਦੇ ਨਾਲ ਸਹਿਮਤ ਨਹੀਂ ਹੈ, ਸਿਰ ਮੱਥੇ ਜੋ ਸੁਪਰੀਮ ਕੋਰਟ ਕਹੇ ਸਾਨੂੰ ਮੰਨਣਾ ਪੈਂਦਾ ਹੈ, ਲੇਕਿਨ ਇਹ ਕਹਿਣਾ ਕਿਸਾਨ ਕਿਉਂ ਰੁਕੇ ਹੋਏ ਆ ਸੜਕਾਂ ਜੀ, ਚਲੋ ਸਵਾਲ ਉੱਠ ਸਕਦਾ ਹੈ, ਲੇਕਿਨ ਜਿਹੜਾ ਉੱਥੇ PIL ਪਈ ਹੈ ਕਿ ਇਹ ਜਿਹੜੇ ਕਾਨੂੰਨ ਪਾਸ ਹੋਏ ਆ ਖੇਤੀਬਾੜੀ ਦੇ, ਇਹ ਸੰਵਿਧਾਨ ਦੇ ਖਿਲਾਫ ਨੇ,
ਉਸ ਤੇ ਕਾਰਵਾਈ ਨਹੀਂ ਕੀਤੀ। ਸੁਪਰੀਮ ਬਿਲਕੁਲ, ਕੋਰਟ, ਕਿਉਂਕਿ ਉਹ ਕੇਂਦਰ ਦਾ ਅਖਤਿਆਰ ਹੀ ਨਹੀਂ, ਉਹਨਾਂ ਨੇ ਸੂਬਿਆਂ ਦੇ ਜਿਹੜੇ ਅਖਤਿਆਰ ਸੀ ਉਹਨਾਂ ਤੇ ਡਾਕਾ ਮਾਰਿਆ, ਉਹਦੇ ਤੇ ਫੈਸਲਾ ਨਹੀਂ ਆਇਆ ਜੀ। ਹਾਂ, ਤੇ ਉਸ ਤੇ ਤੁਸੀਂ ਫੈਸਲਾ ਦਿਓ। ਤੁਸੀਂ ਕਿਸਾਨਾਂ ਨੂੰ ਜਵਾਬਦੇਹੀ ਕਰ ਰਹੇ ਹੋ, ਪਰ ਇਹ ਵੀ ਤਾਂ ਦੱਸੋ ਨਾ। ਇਹ ਤਾਂ ਉੱਠ ਕੇ ਚਲੇ ਜਾਣਗੇ, ਤੁਸੀਂ ਕਹੋ ਇਹ ਕਾਨੂੰਨ ਬਣਾਏ ਹੀ ਗਲਤ ਨੇ। ਇਹ ਕੱਲ ਕਹਿ ਸਕਦੀ ਹੈ ਸੁਪਰੀਮ ਕੋਰਟ। ਕੋਈ ਵੀ ਜਿਹੜਾ ਸਿਆਣਾ ਬੰਦਾ ਹੈ ਉਹ ਇਹਨਾਂ ਨੂੰ ਦੇਖੇ, ਉਹ ਕਹੇ ਬਣਾ ਹੀ ਨਹੀਂ ਸਕਦੇ ਤੁਸੀਂ ਇਹ ਕਾਨੂੰਨ। ਤੁਸੀਂ ਜਾਂ ਇਹ ਕਹੋ ਵੀ ਇਹ ਮਾਡਲ ਕਾਨੂੰਨ ਹੈ, ਜਿਹੜੇ ਸੂਬੇ ਨੂੰ, ਕਿਸੇ ਨੂੰ, ਸਟੇਟ ਨੂੰ ਚਾਹੀਦਾ ਹੈ ਉਹ ਸਟੇਟ ਇਹਨੂੰ ਲਾਗੂ ਕਰ ਲੇ, ਜਿਹੜੇ ਨਹੀਂ ਲਾਗੂ ਕਰਨਾ ਨਾ ਲਾਗੂ ਕਰੇ। ਤਾਂ ਇਸ ਕਰਕੇ ਉਹ ਤਾਂ ਆਪਣੀ ਜਗ੍ਹਾ ਖੜੇ ਨੇ ਕਿਸਾਨ, SKM। ਉਹ ਕਿਸੇ ਪਾਸੇ ਨਹੀਂ ਜਾਣਗੇ। ਉਹ ਵੀ ਬੜੇ ਧਿਆਨ ਨਾਲ ਦੇਖ ਰਹੇ ਸੀ ਕੈਪਟਨ ਸਾਹਿਬ ਕੀ ਕਰਨ ਗਏ ਆ ਦਿੱਲੀ, ਤੇ ਅੰਦਾਜ਼ਾ ਸਾਰਿਆਂ ਦਾ ਇਹੀ ਸੀ ਕਿ ਇਹਨਾਂ ਨੂੰ ਉਹ ਚੀਜ਼ ਨਹੀਂ ਮਿਲੀ ਜਿਹੜੀ ਚੀਜ਼ ਦੇ ਬਗੈਰ ਇਹ BJP ਦੇ ਨਾਲ ਹੱਥ ਨਹੀਂ, ਖੁੱਲੇ ਆਮ ਹੱਥ ਨਹੀਂ ਮਿਲਾ ਸਕਦੇ। ਇੰਨੀ ਗੱਲ ਤਾਂ ਕੈਪਟਨ ਸਾਹਿਬ ਵੀ ਸਮਝਦੇ ਹੈ ਕਿ ਜੇ ਇਸ ਸੂਬੇ ਦੇ ਵਿੱਚ ਰਹਿਣਾ, ਫਾਰਮ ਹਾਊਸ 'ਚ ਰਹਿਣਾ ਹੈ, ਤਾਂ ਫਿਰ ਕੁਝ ਲਾਲ ਲਕੀਰਾਂ ਤੁਸੀਂ ਪਾਰ ਨਹੀਂ ਕਰ ਸਕਦੇ, ਕੁਝ ਲਕਸ਼ਮਣ ਰੇਖਾ ਤੁਸੀਂ ਪਾਰ ਨਹੀਂ ਕਰ ਸਕਦੇ। ਇਹ ਗੱਲ ਤਾਂ ਉਹ ਵੀ ਸਮਝਦੇ ਨੇ, ਲੇਕਿਨ ਇਹ ਨਾ ਕਰਨ, ਇਹ ਬਦਲੇ ਦੀ ਪੋਲਿਟਿਕਸ ਨਾ ਕਰਨ। ਇਹ ਇਸ ਵੇਲੇ ਪੰਜਾਬ ਦੇ ਹਿੱਤ 'ਚ ਕੀ ਹੈ ਉਹਦੀ ਪੋਲਿਟਿਕਸ ਕਰਨ। ਤੁਸੀਂ ਠੀਕ ਕਹਿ ਰਹੇ ਹੋ। ਇੱਕ ਲਾਸਟ ਜੀ ਟਿੱਪਣੀ ਚਾਹੂੰਗਾ, ਤੁਹਾਨੂੰ ਲੱਗਦਾ ਹੈ ਕਿ BJP ਨੂੰ ਵੀ ਇਹ ਆਭਾਸ ਹੋ ਗਿਆ, ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੱਲੇ ਪੰਜਾਬ ਦੇ ਵਿੱਚ ਹੁਣ ਜ਼ਿਆਦਾ ਨਹੀਂ ਬਚਿਆ, ਲੋਕਾਂ ਦਾ ਕੈਪਟਨ ਦੀ ਹਸਤੀ ਤੋਂ ਮੋਹ ਭੰਗ ਹੋ ਗਿਆ, ਹੁਣ ਜਿੰਨੇ ਮਰਜ਼ੀ ਠੁੰਮਣੇ ਦੇ ਲਈਏ ਕੈਪਟਨ ਦੀ ਹਸਤੀ ਨੂੰ ਖੜਾ ਨਹੀਂ ਰੱਖਿਆ ਜਾ ਸਕਦਾ ਬਤੌਰ ਸਿਆਸਤਦਾਨ। ਇਸ ਕਰਕੇ ਵੀ ਉਹਨਾਂ ਨੇ ਕੋਈ ਬਹੁਤ ਜ਼ਿਆਦਾ ਬੋਲੀ ਨਹੀਂ ਲਾਈ, ਭਾ ਨਹੀਂ ਦਿੱਤਾ। ਇਹ ਹੋ ਸਕਦਾ ਹੈ ਕਿਉਂਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਇਹ, ਦੇਖੋ ਉਹ ਚਾਹੁੰਦੇ ਕੀ ਨੇ, ਉਹ ਤਾਂ ਕਾਂਗਰਸ ਮੁਕਤ ਭਾਰਤ ਚਾਹੁੰਦੇ ਆ। ਸੋ ਉਹਨਾਂ ਨੇ ਕਾਂਗਰਸ ਨੂੰ ਖਰਾਬ ਕਰਨਾ। ਕਾਂਗਰਸ ਕੋਲ ਇਹਨਾਂ ਦੇ ਲੈਵਲ ਦਾ ਕੋਈ ਹੋਰ ਨੇਤਾ ਹੈ ਨਹੀਂ। ਸੋ ਕਾਂਗਰਸ ਨੂੰ ਤਾਂ ਜਿਵੇਂ ਇਹਨਾਂ ਨੇ ਅਸਾਮ 'ਚ ਕੀਤਾ ਸੀ, ਲੇਕਿਨ ਅਸਾਮ 'ਚ ਤਾਂ ਟੁੱਟ ਕੇ ਆ ਕੇ ਇਹਨਾਂ ਨਾਲ ਜੁੜ ਗਿਆ ਨੇਤਾ। ਹਾਂ, ਇਹਨਾਂ ਦੀ ਦਿੱਕਤ ਕੀ ਹੈ ਕਿ ਉਹ ਨੇਤਾ ਤਾਂ ਚੀਫ ਮਿਨਿਸਟਰ ਨਹੀਂ ਸੀ, ਉਹ ਤਾਂ ਆਪੋਜੀਸ਼ਨ ਸੀ ਜਦ ਟੁੱਟ ਕੇ ਆਇਆ। ਆਪੋਜੀਸ਼ਨ 'ਚੋਂ ਤੁਸੀਂ ਟੁੱਟ ਕੇ ਆਏ ਤਾਂ ਸੌਖਾ ਹੁੰਦਾ ਹੈ। ਜਦ ਤੁਹਾਡੀ ਐਂਟੀ ਇਨਕੰਬੈਂਸੀ ਹੋਵੇ, ਤੁਹਾਡੇ ਖਿਲਾਫ ਨੇ ਲੋਕ, ਤਾਂ ਉਹ BJP ਵੀ ਸੋਚੇਗੀ ਕਿ ਇਹਨਾਂ ਨਾਲ ਦੂਰੋਂ ਇਹਨਾਂ ਦੇ ਨਾਲ ਐਡਜਸਟਮੈਂਟ ਕਰ ਲਈਏ, ਜੇ ਚ ਕੁਝ ਸੀਟਾਂ ਹੈ ਲੜਨ, ਅੰਦਰੋਂ ਇਹਨਾਂ ਦੀ ਮਦਦ ਕਰ ਦਈਏ, ਅੰਦਰੋਂ ਇਹ ਸਾਡੀ ਮਦਦ ਕਰ ਦੇਣ। ਜਿੱਥੇ ਕਾਂਗਰਸ ਦੀਆਂ ਵੋਟਾਂ ਤੋੜਨੀਆਂ ਉੱਥੇ ਤੋੜ ਲਈਏ, ਜਿੱਥੇ BJP ਦੇਖੇਗੀ ਇਹਨਾਂ ਦਾ ਕੋਈ ਬੰਦਾ ਸਟਰੋਂਗ ਹੈ ਉੱਥੇ ਉਹ ਵੋਟਾਂ ਤੋੜਨਗੇ। ਤਾਂ ਇਹੀ ਜਿਹੀ ਰਾਜਨੀਤੀ ਚੱਲੇਗੀ। ਲੇਕਿਨ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਉਹ ਖੁੱਲ ਕੇ ਸਾਹਮਣੇ ਨਹੀਂ ਆਏ, ਕਿਉਂਕਿ ਉਹਨਾਂ ਨੂੰ ਇਹ ਨਹੀਂ ਲੱਗਿਆ ਕਿ ਅਸੀਂ ਜਿਹੜੀ ਚੀਜ਼ ਇਹਨਾਂ ਨੂੰ ਜਿੰਨਾ ਦੇ ਸਕਦੇ ਹਾਂ ਉਹਨਾਂ ਤਾਂ ਕਿਸਾਨਾਂ ਨੂੰ ਵੀ ਦੇਣ ਨੂੰ ਤਿਆਰ ਹੈ। ਉਹਨਾਂ ਦੇ ਕੇ ਸ਼ਾਇਦ ਕੈਪਟਨ ਸਾਹਿਬ ਲੜਾਈ ਲੜਨ ਨੂੰ ਤਿਆਰ ਨਹੀਂ ਸੀਗੇ ਕਿਸਾਨਾਂ ਨਾਲ। ਤਾਂ ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਨਹੀਂ ਸੀ ਤੋੜ ਸਕਦੇ, ਸਿਰਫ ਕਾਂਗਰਸ ਤਾਂ ਪਹਿਲਾਂ ਹੀ ਟੁੱਟ ਗਈ ਸੀ। ਤਾਂ ਇਸ ਕਰਕੇ ਹਲੇ ਉਹ ਦੇਖਣਗੇ, ਵੇਟ ਐਂਡ ਵਾਚ ਕਰਨਗੇ BJP ਵਾਲੇ ਕਿ ਕਾਂਗਰਸ ਦੇ ਕੁਝ ਬੰਦੇ ਟੁੱਟ ਕੇ ਆਉਂਦੇ ਆ ਇਹਨਾਂ ਨਾਲ। ਜੇ ਟੁੱਟ ਕੇ ਆਉਂਦੇ ਆ, ਹੋ ਸਕਦਾ ਕਿੰਨੇ ਕੁ ਬੰਦੇ ਆਉਂਦੇ ਆ ਟੁੱਟ ਕੇ। ਵੈਸੇ ਪੁਰਾਣੀ ਇਹ ਗੱਲ ਹੈ ਕਿ ਜਿਹੜਾ ਤੁਹਾਡਾ ਗਰੁੱਪ ਹੁੰਦਾ ਜਦ ਕਾਂਗਰਸ ਦੇ ਅੰਦਰ ਹੋ, ਉਹ ਗਰੁੱਪ ਜਦ ਤੁਸੀਂ ਛੱਡ ਕੇ ਜਾਓ ਸਾਰਾ ਨਹੀਂ ਤੁਹਾਡੇ ਨਾਲ ਜਾਂਦਾ ਜੀ। ਉਹ ਤੁਹਾਡਾ ਗਰੁੱਪ ਹੈ ਜਿੰਨਾ ਚਿਰ ਤੁਸੀਂ ਕਾਂਗਰਸ ਚੋਂ। ਲੇਕਿਨ ਮਾਂ ਕਾਂਗਰਸ ਨੂੰ ਛੱਡ ਕੇ, ਕੋਈ ਮਾਂ ਨੂੰ ਛੱਡ ਕੇ ਬਾਹਰ ਆ ਜਾ, ਉਹ ਸਾਰੇ ਬੱਚੇ ਨਹੀਂ ਆਉਣਗੇ। ਤੁਸੀਂ ਠੀਕ ਕਹਿ ਰਹੇ ਹੋ। ਹਾਂਜੀ, ਤੁਸੀਂ ਠੀਕ ਕਹਿ ਰਹੇ ਹੋ ਕਿ ਮਹਾਰਾਣੀ ਪ੍ਰਨੀਤ ਕੌਰ ਦੀ ਟਿੱਪਣੀ ਬੜੀ ਭਾਵਪੂਰਤ ਇਸ ਮਾਮਲੇ 'ਚ। ਉਹ ਕਹਿੰਦੇ ਕਿ ਕੈਪਟਨ ਸਾਹਿਬ ਦਾ ਅਪਮਾਨ ਕੀਤਾ ਗਿਆ, ਮੈਂ ਸਹਿਮਤ ਹਾਂ, ਪਰ ਮੇਰਾ ਕਾਂਗਰਸ ਛੱਡਣ ਦਾ ਕੋਈ ਇਰਾਦਾ ਨਹੀਂ, ਮੈਂ ਕਾਂਗਰਸ ਦੇ ਵਿੱਚ ਹਾਂ। ਮੈਨੂੰ ਲੱਗਦਾ ਕੈਪਟਨ ਸਾਹਿਬ ਜੇ ਚੁੱਪ ਰਹਿੰਦੇ ਤਾਂ ਸਿਸਵਾਂ ਵੱਲ ਨਜ਼ਰ ਗੱਡੀ ਰਹਿਣੀ ਸੀ, ਉਹਨਾਂ ਦੀ ਅਹਿਮੀਅਤ ਬਣੀ ਰਹਿਣੀ ਸੀ। ਸ਼ਾਇਦ ਉਹ ਕਾਹਲੀ ਦੇ ਵਿੱਚ ਜਾਂ ਸਲਾਹਕਾਰਾਂ ਦੇ ਚੱਕੇ ਕੁਝ ਗਲਤ ਫੈਸਲੇ ਲੈ ਗਏ। ਸਰਦਾਰ ਸਾਹਿਬ ਦਾ ਬਹੁਤ ਸਾਫ਼ ਜਿਹਾ ਮੰਨਣਾ ਹੈ ਔਰ ਇਹ ਕਹਿਣਾ ਹੈ ਕਿ ਕੈਪਟਨ ਸਾਹਿਬ ਸਿਆਸੀ ਸ਼ਰੀਕੇਬਾਜ਼ੀ ਜਮ ਨਿਭਾਉਣ, ਦੁਸ਼ਮਣੀਆਂ ਪਗਾਉਣ ਸਿਆਸਤ 'ਚ, ਜਿਨ੍ਹਾਂ ਨੇ ਉਹਨਾਂ ਨੂੰ ਥੱਲੇ ਲਾਤਾ ਗੱਦੀ ਤੋਂ, ਲੇਕਿਨ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰਨ ਵਰਗੀ ਕੋਈ ਵੀ ਸਰਗਰਮੀ ਦਾ ਹਿੱਸਾ ਨਾ ਬਣਨ। ਪੰਜਾਬੀ ਚਾਹੁੰਦੇ ਨੇ। 4.5 ਸਾਲ ਉਹਨਾਂ ਦੀ ਉਦਾਸੀਨਤਾ ਨੇ ਪਹਿਲਾਂ ਵੀ ਬੜੇ ਨੁਕਸਾਨ ਕੀਤੇ ਆ, ਹੁਣ ਉਹਦੇ ਵਿੱਚ ਵਿਸਥਾਰ ਨਾ ਕਰਨ। ਸਰਦਾਰ ਸਾਹਿਬ ਬਹੁਤ ਮਿਹਰਬਾਨੀ। ਅਗਲੀ ਵਾਰੀ ਕੇਂਦਰ ਔਰ ਰਾਜਾਂ ਦੇ ਸਬੰਧ 'ਚ ਆਪਾਂ ਗੱਲ ਕਰਨੀ ਆ, ਫੈਡਰਲ ਸਟਰਕਚਰ ਨੂੰ ਲੈ ਕੇ ਗੱਲ ਕਰਨੀ ਹੈ। ਔਰ ਮੈਨੂੰ ਪਤਾ ਹੈ ਕਿ ਤੁਹਾਡਾ ਵਸੀ ਅਨੁਭਵ ਹੈ, ਉਹਦਾ ਫਾਇਦਾ ਚੱਕਾਂਗੇ। ਲੋਕਾਂ ਨੂੰ ਇਹਨਾਂ ਰਿਸ਼ਤਿਆਂ ਦੇ ਵਿੱਚ ਕਿੰਨੀ ਕੁ ਖੰਡ ਹੈ ਔਰ ਇਹਨਾਂ ਰਿਸ਼ਤਿਆਂ 'ਚ ਕਿੰਨੀ ਕੁ ਕੁੜੱਤਣ ਹੈ, ਉਹਦੇ ਤੇ ਜਿੰਨੀ ਕੁ ਤੁਹਾਡੀ ਸਮਝ ਲੈਣ ਦਾ ਯਤਨ ਕਰਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।